ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਜਿਉ 68 ਤੀਰਥ ਨਹਾਵੈ, ਜਿਉ ਦੁਆਸਸ ਸਿਲਾ ਪੁਜਾਵੈ। ਜਿਉ ਕੂਪ ਤਟਾ ਦੇਵਾਵੈ, ਕਰੈ ਨਿੰਦ ਸਭ ਵਿਰਥਾ ਜਾਵੈ। ਸਾਧਕ ਨਿੰਦਕ ਕੈਸੇ ਤਰੈ, ਸਰ ਪਰ ਜਹਨੋ ਨਰਕ ਹੀ ਪਰੈ। ਰਹਾਉ ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਅਰਪੈ ਨਾਰ ਸਿੰਗਾਰ ਸਮੇਤ। ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਣੈ ਨਹੀਂ ਗੁਣੈ। ਜੇ ਉਹ ਅਨਕ ਪ੍ਰਸਾਦ ਕਰਾਵੈ, ਭੂਮ ਦਾਨ ਸੋਭਾ ਮੰਡਪ ਪਾਵੈ। ਆਪਣਾ ਵਿਗਾਰ ਵਿਗਾਨਾ ਸਾਂਢੈ, ਕਰੈ ਨਿੰਦ ਬੋ ਜੋਨੀ ਹੰਢੈ। ਨਿੰਦਾ ਕਹਾਂ ਕਹੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ। ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਿੰਧਾਰਿਆ। ਜੋੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇਖ ਜਾਣੇ। ਹਾਜ਼ਰਾ ਹਜ਼ੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਗੁਰਤਾ ਗੱਦੀ ਤੇ ਬਿਰਾਜਮਾਨ। ਅੰਤਰਜਾਮੀ ਦਿਆਲੂ ਕਿਰਪਾਲੂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਗੁਰਸਿੱਖ ਸੰਗਤਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਸਤਿਗੁਰਾਂ ਦੀ ਕਿਰਪਾ ਸਦਕਾ ਪ੍ਰਾਪਤ ਹੋਈਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ, ਜੋ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਆਪਣੀ ਮਿਹਰ ਕਰਕੇ ਆਪ ਸੱਚੇ ਪਾਤਸ਼ਾਹ ਗੁਰ ਸੰਗਤਾਂ ਨੂੰ ਇਹ ਸਤ ਸੰਗਤ ਦੇ ਮਹਾਂਕੁੰਭ ਤੇ ਆਪ ਜੀ ਨੂੰ ਹਾਜ਼ਰੀਆਂ ਭਰਨ ਦਾ ਸਮਾਂ ਸਤਿਗੁਰਾਂ ਬਖਸ਼ਿਆ ਹੈ। ਸਾਈ ਘੜੀ ਸੁਲੱਖਣੀ ਸਹੁ ਨਾਲ ਬਿਹਾਵੈ, ਘੜੀਆਂ ਸੁਲੱਖਣੀਆਂ ਨੇ ਜਿਹੜੀਆਂ ਸਤਿਗੁਰਾਂ ਦੇ ਨਾਲ ਬਤੀਤ ਹੁੰਦੀਆਂ ਨੇ। ਇਸ ਕਰਕੇ ਗੁਰਮੁਖੋ ਆਓ ਆਪਣੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸੱਚੇ ਪਾਤਸ਼ਾਹ ਦਾ ਪਵਿੱਤਰ ਮੁਖ ਵਾਕ ਦੀ ਕਥਾ ਸਰਵਣ ਕਰੀਏ। ਦੀਨ ਦੁਨੀਆ ਦੇ ਮਾਲਕ ਜੀ ਬਾਣੀ ਦੇ ਦੁਆਰਾ ਕੀ ਸਮਝਾਉਂਦੇ ਨੇ, ਸਤਿਗੁਰੂ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਬੈਠ ਕੇ ਸੁਣਨਾ ਕਰੀਏ। ਸਤਿਗੁਰੂ ਦਾ ਉਪਦੇਸ਼ ਹੈ ਸਾਧ ਸੰਗਤ ਜੀ ਸਾਰਿਆਂ ਵਾਸਤੇ ਸਾਂਝਾ ਹੈ। ਮਹਾਰਾਜ ਕਹਿੰਦੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜੋ ਪਵਿੱਤਰ ਗੁਰਬਾਣੀ 'ਚ ਬਚਨ ਕਰਦੇ ਹੈ ਉਹ ਸਾਰਿਆਂ ਵਾਸਤੇ, ਇਸ ਜਹਾਨ ਵਾਸਤੇ, ਸੰਸਾਰ ਵਾਸਤੇ ਸਾਂਝੇ ਹੈ। ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਸਾਂਝੇ ਰਹਿਬਰ ਨੇ, ਸਾਂਝੇ ਪੀਰ ਹੈ, ਸਾਂਝੇ ਸਤਿਗੁਰੂ ਹੈ। ਔਰ ਗੁਰਬਾਣੀ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਕਿ ਮਹਾਰਾਜ ਤੂੰ ਸਾਰਿਆਂ ਦਾ ਸਾਂਝਾ ਬਾਪ ਹੈ। ਤਾਂ ਇਸ ਕਰਕੇ ਗੁਰਮੁਖੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਪਿਤਾ ਦੇ ਚਰਨਾਂ ਵਿੱਚ ਆ ਕੇ ਕੁਝ ਨਾ ਕੁਝ ਸਿੱਖੀਏ। ਸਾਰੀ ਜ਼ਿੰਦਗੀ ਮਨੁੱਖ ਸਿੱਖਦਾ ਹੀ ਰਹਿੰਦੇ, ਸਾਧ ਸੰਗਤ ਜੀ ਰਹੇ ਨਾ, ਫਿਰ ਇੱਕ ਨਾ ਇੱਕ ਦਿਨ ਇਹਦੇ ਤੇ ਕਿਰਪਾ ਹੋ ਜਾਂਦੀ ਹੈ ਤੇ ਸਤ ਸੰਗਤ ਵਿੱਚ ਆ ਕੇ ਗੁਣਾਂ ਨੂੰ ਗ੍ਰਹਿਣ ਕਰਨਾ, ਔਗਣਾਂ ਨੂੰ ਦੂਰ ਕਰਨਾ ਹੁੰਦਾ ਹੈ। ਪਰ ਜਿਹੜੇ ਸਤ ਸੰਗਤ ਵਿੱਚ ਆ ਕੇ ਗੁਣ ਇਕੱਠੇ ਕੀਤੇ ਨੇ ਤੇ ਔਗਣ ਵੀ ਨਹੀਂ ਛੱਡੇ, ਤੇ ਉਹ ਸਾਧ ਸੰਗਤ ਜੀ ਉਹਨਾਂ ਦਾ ਫਿਰ ਸਭ ਕੁਝ ਵਿਅਰਥ ਹੀ ਹੈ। ਇਸ ਕਰਕੇ ਸਤ ਸੰਗਤ ਵਿੱਚ ਆ ਕੇ ਗੁਣਾਂ ਨੂੰ ਗ੍ਰਹਿਣ ਕਰੀਏ, ਔਗਣਾਂ ਨੂੰ ਛੱਡੀਏ। ਔਗਣਾਂ ਜਿਸ ਪ੍ਰਕਾਰ ਤ੍ਰਿਪਤ ਭਈ ਸੱਚ ਭੋਜਨ ਖਾਇਆ, ਜਦੋਂ ਜੀਵ ਰੋਟੀ ਖਾਂਦਾ ਨਾ, ਭੋਜਨ ਛਕਦਾ ਹੈ, ਉਹਦੀ ਜਿਹੜੀ ਭੁੱਖ ਹੈ ਨਾ ਦੂਰ ਹੋ ਜਾਂਦੀ ਹੈ। ਧਿਆ ਲੱਗੀ ਏ, ਪਿਆਸ ਲੱਗੀ ਏ, ਪਾਣੀ ਪੀ ਲਿਆ, ਪਿਆਸ ਦੂਰ ਹੋ ਗਈ। ਤਾਂ ਕਰਕੇ ਜਿਨ੍ਹਾਂ ਨੇ ਸਤ ਸੰਗਤ ਵਿੱਚੋਂ ਸੱਚੇ ਗੁਰੂ ਦਾ ਗਿਆਨ ਲੈ ਲਿਆ, ਨਾਮ ਦਾ ਉਪਦੇਸ਼ ਸਤ ਸੰਗਤ ਜੀ ਸੁਣ ਲਿਆ, ਕਮਾ ਲਿਆ। ਜਿਨ ਭੁੱਖਾਂ ਸਭ ਗਵਾਈਆ, ਉਹ ਤੇ ਸਰੀਰਕ ਭੁੱਖ ਹੈ ਤੇ ਜਿਹੜੀ ਮਨ ਦੀ ਭੁੱਖ ਹੈ ਉਹ ਗਵਾ ਦਿੱਤੀ ਸਤਿਗੁਰਾਂ ਨੇ, ਆਨੰਦ ਦੇ ਸਹਿਤ ਹੋ ਗਏ। ਤਾਂ ਕਰਕੇ ਅਸਲ ਵਿੱਚ ਉਹੀ ਰੱਜੇ ਨੇ ਭਾਈ ਪਿਆਰਿਓ, ਉਹੀ ਤ੍ਰਿਪਤ ਨੇ ਜਿਨ੍ਹਾਂ ਨੇ ਸੱਚੇ ਵਾਹਿਗੁਰੂ ਦੇ ਨਾਮ ਦੇ ਰੂਪੀ ਭੋਜਨ ਨੂੰ ਖਾਧਾ। ਇਸ ਕਰਕੇ ਦੀਨ ਦੁਨੀਆ ਦੇ ਸਤਿਗੁਰੂ ਜੀ ਮਹਾਰਾਜ ਕਹਿੰਦੇ, ਭਾਈ ਐਸੇ ਕਾਲ ਪੁਰਖ ਵਾਹਿਗੁਰੂ ਦੇ ਸੱਚੇ ਗਿਆਨ ਨਾਮ ਨੂੰ ਸਤਿਗੁਰਾਂ ਦੀ ਕਿਰਪਾ ਸਦਕਾ ਸਾਧ ਸੰਗਤ ਜੀ ਸਤ ਸੰਗਤ ਵਿੱਚ ਆ ਕੇ ਕਮਾਉਣਾ ਕਰਨਾ ਸੁਣਨਾ ਕਰੀਏ, ਤਾਂ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਸਾਡੇ ਤੇ ਹੋ ਜਾਣ। ਇਸ ਕਰਕੇ ਆਓ ਜੋ ਭਗਤ ਜੀ ਬਚਨ ਉਚਾਰਨ ਕਰਦੇ ਹੈ, ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਪੂਰਨ ਬ੍ਰਹਮ ਗਿਆਨੀ ਹੋਏ, ਤਾਂ ਹੀ ਉਹਨਾਂ ਦੀ ਗੁਰਬਾਣੀ ਨੂੰ ਸਤਿਗੁਰਾਂ ਜੀ ਨੇ ਪਵਿੱਤਰ ਅੰਗਾਂ ਤੇ ਲਿਖਿਆ। ਮੈਂ ਬਹੁਤ ਵਾਰ ਕਹਿਣਾ ਹੁੰਨਾ, ਬ੍ਰਹਮ ਗਿਆਨੀ ਕਿਸੇ ਤਬਕੇ ਦਾ, ਧਰਮ ਦਾ, ਕਿਸੇ ਕੁਲ ਜਾਤ ਦਾ ਨਹੀਂ ਹੁੰਦਾ, ਕਿਉਂਕਿ ਬ੍ਰਹਮ ਗਿਆਨੀ ਪਰਮੇਸ਼ਰ ਹੈ ਤੇ ਪਰਮੇਸ਼ਰ ਸਾਰਿਆਂ ਦਾ ਹੈ ਨਾ। ਇਸੇ ਕਰਕੇ ਰੱਬ ਦੇ ਪਿਆਰੇ ਸੰਤ ਵੀ ਸਾਰਿਆਂ ਦੇ ਹੁੰਦੇ ਹੈ। ਇੱਕ ਵਾਰੀ ਕੀ ਹੋਇਆ, ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ। ਕਲਗੀਧਰ ਸੁਆਮੀ ਜੀ ਨੇ ਕੀ ਕੀਤਾ, ਸਾਧ ਸੰਗਤ ਜੀ ਆਪਣਿਆਂ ਸਿੰਘਾਂ ਨੂੰ ਵਿਦਵਾਨ ਬਣਾਉਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਉਹਨਾਂ ਨੂੰ ਜਿਹੜਾ ਸਾਧ ਸੰਗਤ ਜੀ ਗੇਰੂਏ ਰੰਗ ਦੇ ਕੱਪੜੇ ਪਵਾ ਦਿੱਤੇ। ਇਹ ਗੇਰੂਏ ਰੰਗ ਦੇ ਜਦੋਂ ਕੱਪੜੇ ਪਵਾਏ ਕਾਂਸ਼ੀ ਵਿਖੇ ਭੇਜਣ ਵਾਸਤੇ, ਸਾਧ ਸੰਗਤ ਜੀ ਕਿਉਂਕਿ ਜਿੱਥੇ ਸਤਿਗੁਰਾਂ ਨੇ ਸ਼ਾਸਤਰ ਵਿਦਿਆ ਦਿੱਤੀ ਆਪਣੇ ਸਿੰਘ ਨੂੰ, ਖਾਲਸੇ ਨੇ, ਉੱਥੇ ਵਿਦਵਾਨ ਵੀ ਬਣਾਇਆ। ਮਹਾਰਾਜ ਕਹਿੰਦੇ ਇਹ ਇਕੱਲਾ ਕਿਰਪਾਨ ਚਲਾਉਣ ਵਾਲਾ ਹੀ ਨਾ ਹੋਵੇ, ਕਿ ਟੇਬਲ ਤੇ ਬੈਠ ਕੇ ਕਿਸੇ ਦੇ ਸਾਹਮਣੇ ਬੈਠ ਕੇ ਆਪਣੀ ਵਿਦਵਤਾ ਵੀ ਜ਼ਾਹਰ ਕਰੇ। ਸਾਧ ਸੰਗਤ ਜੀ ਤਾਂ ਖਾਲਸਾ ਸੰਪੂਰਨ ਹੈ। ਇਹ ਨਹੀਂ ਹੈ ਵੀ ਇਕੱਲਾ ਡਾਂਗ ਫੜਨ ਵਾਲਾ ਵੀ ਚਲੋ ਜੀ ਡਾਂਗ ਮਾਰੀ ਗਿੱਟਿਆਂ ਤੇ ਮੋਢੇ ਤੇ ਵੇਲੇ ਖਾਲਸਾ ਖਾਲਸਾ ਆ ਗਿਆ ਨਾ। ਜਿੱਥੇ ਸ਼ਾਸਤਰ ਵਿਦਿਆ ਦੀ ਬਾਅਦ ਦੀ ਗੱਲ ਹੈ, ਪਹਿਲਾਂ ਬ੍ਰਹਮ ਵਿਦਿਆ, ਪਰ ਦੋਵੇਂ ਵਿਦਿਆ ਹੀ ਸੰਪੂਰਨ ਹੋਣੀ ਚਾਹੀਦੀ ਹੈ। ਹਾਂ, ਤੂੰ ਬ੍ਰਹਮ ਵਿਦਿਆ ਨੂੰ ਕੀ ਕਰੇਗਾ ਜੇ ਸ਼ਾਸਤਰ ਕੋਲ ਨਹੀਂ ਹੈ? ਤਾਂ ਹੀ ਤੇ ਸਰਮੱਧ ਫਕੀਰ ਵਰਗਿਆਂ ਮਹਾਤਮਾ ਬ੍ਰਹਮ ਗਿਆਨੀਆਂ ਦਾ ਕਤਲ ਕੀਤਾ ਔਰੰਗਜ਼ੇਬ ਬਾਦਸ਼ਾਹ ਨੇ। ਪਰ ਜੇ ਉੱਥੇ ਸ਼ਾਸਤਰ ਚੱਕਿਆ ਹੁੰਦਾ, ਸਾਧ ਸੰਗਤ ਜੀ ਬਸ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਸਾਧ ਸੰਗਤ ਜੀ ਵੈਸੇ ਮਹਾਂਪੁਰਖਾਂ ਦੀਆਂ ਮੌਜਾਂ ਹੁੰਦੀਆਂ ਨੇ, ਪਰ
ਕਲਗੀਧਰ ਪਿਤਾ ਜੀ ਨੇ ਸ਼ਸਤਰ ਵਿਦਿਆ ਔਰ ਬ੍ਰਹਮ ਵਿਦਿਆ ਦੋਵੇਂ ਵਿਦਿਆ ਦਿੱਤੀ, ਆਪਣੇ ਸਿੰਘ ਨੂੰ ਸੰਪੂਰਨ ਬਣਾਇਆ ਹਰ ਇੱਕ ਪੱਖ ਤੋਂ। ਕਿਸੇ ਪੱਖ ਤੋਂ ਸਤਿਗੁਰਾਂ ਨੇ ਅਧੂਰਾ ਨਹੀਂ ਛੱਡਿਆ, ਕਿਉਂਕਿ ਜਿਨ੍ਹਾਂ ਦਾ ਗੁਰੂ ਆਪ ਪੂਰਾ ਹੋਵੇ ਸਿੰਘ ਵੀ ਉਸਦੇ, ਸਿੱਖ ਵੀ ਉਸਦੇ ਪੂਰੇ ਹੁੰਦੇ ਨੇ। ਇਸ ਕਰਕੇ ਗੁਰਮੁਖੋ ਕਲਗੀਧਰ ਮਹਾਰਾਜ ਕਹਿੰਦੇ, ਉਹ ਸਿੰਘੋ, 5 ਸਿੰਘਾਂ ਨੂੰ ਉਠਾਇਆ, ਉੱਠੋ ਮਹਾਰਾਜ ਕਹਿੰਦੇ। ਤੇ ਜਦੋਂ ਉੱਠੇ ਐ, ਗੇਰੂਏ ਰੰਗ ਦੇ ਬਸਤਰ ਮਹਾਰਾਜ ਨੇ ਪਵਾ ਦਿੱਤੇ। ਸਿੰਘ ਕਹਿੰਦੇ, ਮਹਾਰਾਜ ਇਹ ਕੀ? ਸਤਿਗੁਰੂ ਕਹਿੰਦੇ, ਜਾਓ ਕਾਂਸ਼ੀ ਪੜ੍ਹ ਕੇ ਆਓ। ਉੱਥੇ ਮਹਾਰਾਜ ਕਹਿੰਦੇ, ਇਹ ਜਿਹੜੇ ਹੋਰ ਧਾਰਮਿਕ ਗ੍ਰੰਥ ਨੇ ਸੰਸਕ੍ਰਿਤ ਭਾਸ਼ਾ, ਜਿਸ ਕਰਕੇ ਹੋਰ ਭਾਸ਼ਾਵਾਂ ਦੇ ਗ੍ਰੰਥ ਨੇ, ਪੜ੍ਹ ਕੇ ਆਓ। ਕਹਿੰਦੇ, ਸਤਿਵਚਨ ਮਹਾਰਾਜ। ਇਹ ਮਹਾਰਾਜ ਜੀ ਦੱਸੋ ਵੀ ਸਾਨੂੰ ਇਹ ਜਿਹੜਾ ਖਾਲਸੀ ਪਹਿਰਾਵਾ ਹੈ ਇਹ ਕਾਹਦੋਂ ਨਹੀਂ ਪਵਾਇਆ? ਮਹਾਰਾਜ ਕਹਿੰਦੇ ਨੇ, ਉਹ ਬਾਹਮਣ ਨੇ ਤੇ ਮੈਂ ਇਹ ਕਿਸੇ ਇੱਕ ਜਾਤੀ ਨੂੰ ਨਹੀਂ ਕਹਿੰਦਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮਹਾਰਾਜ ਕਹਿੰਦੇ ਬਹੁਤੇ ਚਲਾਕ ਹੈ ਉਹ, ਇਸ ਕਰਕੇ ਉਹ ਇਹ ਕਹਿਣਗੇ ਵੀ ਤੁਸੀਂ ਨੀਵੀਂ ਜਾਤੀ ਵਾਲੇ ਹੋ, ਪਰ ਜਦੋਂ ਤੁਸੀਂ ਸਾਧੂਆਂ ਵਾਲਾ ਇਹ ਪਹਿਰਾਵਾ ਪਾ ਲਵੋਗੇ, ਸ਼ਾਸਤਰ ਛੱਡ ਦੇਵੋਗੇ, ਤਾਂ ਮਹਾਰਾਜ ਕਹਿੰਦੇ ਸਾਧੂ ਦੀ ਕੋਈ ਜਾਤ ਨਹੀਂ ਹੁੰਦੀ, ਸਾਧੂ ਦੀ ਕੋਈ ਕੁਲ ਵਰਨ ਨਹੀਂ ਹੁੰਦਾ। ਜੇ ਤੁਹਾਨੂੰ ਪਹਿਲੀ ਗੱਲ ਪੁੱਛਣਾ ਨਹੀਂ, ਜੇ ਪੁੱਛਣ ਵੀ ਲੱਗੇ ਨਾ ਤਾਂ ਤੁਸੀਂ ਆਖ ਦੇਣਾ ਅਸੀਂ ਹੁਣ ਸਾਧੂ ਹੋ ਗਏ। ਇਸੇ ਕਰਕੇ ਸਾਧ ਸੰਗਤ ਜੀ, ਮੇਰਾ ਕਹਿਣ ਦਾ ਭਾਵ ਇਹ ਹੈ, ਸਾਧੂ ਮਹਾਤਮਾ ਹੈ, ਉਸ ਦੀ ਕੋਈ ਕੁਲ ਜਾਤ ਵਰਨ ਨਹੀਂ ਹੁੰਦਾ। ਵੈਸੇ ਤਾਂ ਖਾਲਸੇ ਦੀ ਵੀ ਕੋਈ ਜਾਤ ਨਹੀਂ ਹੈ। ਹੁਣ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ, ਧੰਨ ਮਾਤਾ ਸਾਹਿਬ ਕੌਰ ਜੀ, ਉਹ ਮਾਤਾ ਜੀ ਨੇ। ਜਿਹੜੀ ਜਾਤ ਕੁਲ ਵਰਨ ਪਿਤਾ ਦੀ ਹੋਵੇ ਉਹੀ ਪੁੱਤਰ ਦੀ ਹੁੰਦੀ ਹੈ ਨਾ। ਤੇ ਕਲਗੀਧਰ ਸੁਆਮੀ ਕਹਿੰਦੇ, ਛਤਰੀ ਕੋ ਭੂਤ ਹੋ ਬਾਹਮਣ ਕੋ ਨਾਹੀਂ। ਮੈਂ ਛਤਰੀ ਪੁੱਤਰ ਹਾਂ, ਸ਼ਸਤਰ ਫੜਨ ਵਾਲਾ ਹਾਂ, ਸੋਢੀ ਹਾਂ। ਤੇ ਤਾਂ ਕਰਕੇ ਖਾਲਸਾ ਵੀ ਸੋਢੀ ਹੈ, ਖਾਲਸਾ ਵੀ ਛਤਰੀ ਹੈ। ਤੇ ਛਤਰੀ ਦਾ ਧਰਮ ਹੈ ਸਾਧ ਸੰਗਤ ਜੀ ਹਮੇਸ਼ਾ ਹੀ ਆਪਣੇ ਹੱਥ ਵਿੱਚ ਸ਼ਸਤਰ ਰੱਖਣਾ, ਸ਼ਸਤਰ ਪਹਿਨ ਕੇ ਰੱਖਣਾ, ਇਹ ਛਤਰੀ ਦਾ ਧਰਮ ਹੈ ਸਾਧ ਸੰਗਤ ਜੀ। ਇਸੇ ਕਰਕੇ ਤਾਂ ਮੇਰੇ ਗੁਰੂਦੇਵ ਪਿਤਾ ਨੇ ਸੰਤ ਤੇ ਸਿਪਾਹੀ ਬਣਾਇਆ। ਮਹਾਰਾਜ ਬ੍ਰਹਮ ਗਿਆਨੀ ਭਗਤ ਰਵਿਦਾਸ ਜੀ ਹੋਏ ਨੇ ਸਾਧ ਸੰਗਤ ਜੀ, ਪੂਰਨ ਮਹਾਤਮਾ ਤਤ ਬੇਤੇ, ਅਕਾਲ ਪੁਰਖ ਨਿਰੰਕਾਰ ਦੇ ਵਿੱਚ ਅਭੇਦ ਉਹ ਰੂਹ। ਇਸ ਕਰਕੇ ਉਹ ਬਾਣੀ ਹੁਣ ਉਚਾਰ ਰਹੇ ਨੇ 875 ਅੰਗ ਤੇ ਮੁੱਖ ਵਾਕ ਉਚਾਰਦੇ ਨੇ। ਆਪਣੇ ਮਨ ਬਿਰਤੀ ਨੂੰ ਇਕਾਗਰ ਕਰਕੇ ਭਾਈ ਸਰਵਣ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੋਂਡ ਜਿਉ 68 ਤੀਰਥ ਨਾਵੈ। ਸਾਧ ਸੰਗਤ ਜੀ, ਭਗਤ ਰਵਿਦਾਸ ਮਹਾਰਾਜ ਦੇ ਪਵਿੱਤਰ ਗੁਰ ਇਹ ਬਚਨ ਉਚਾਰਦੇ ਹੈ। ਜਦੋਂ ਸਾਧ ਸੰਗਤ ਜੀ ਭਗਤ ਰਵਿਦਾਸ ਮਹਾਰਾਜ ਦੀ ਬੜੀ ਮਹਿਮਾ ਹੋਈ ਨਾ, ਤੇ ਸਾਧ ਸੰਗਤ ਜੀ ਉਸ ਵੇਲੇ ਕੀ ਹੋਇਆ, ਮਹਾਰਾਜ ਦੇ ਬਹੁਤ ਸਿੱਖ ਹੋ ਗਏ, ਚੇਲੇ ਹੋ ਗਏ। ਬ੍ਰਾਹਮਣ ਲੋਕ ਜਿਹੜੇ ਸਿਆਣੇ ਸਨ ਉਹ ਵੀ ਮਹਾਰਾਜ ਦੇ ਚੇਲੇ ਹੋ ਗਏ। ਮੁਸਲਮਾਨ ਦੇਖੋ ਹਰੇਕ ਧਰਮ ਦੇ ਵਿੱਚ ਸਿਆਣੇ ਪੁਰਖ ਹੁੰਦੇ ਹੀ ਹੈ। ਉਹ ਮਹਾਰਾਜ ਦੇ ਸਾਧ ਸੰਗ ਜਿਹੜੇ ਸੱਚ ਦੇ ਗਿਆਨ ਨੂੰ ਸਮਝਣ ਵਾਲੇ ਸੀ, ਲੈਣ ਵਾਲੇ ਸੀ, ਉਹ ਮਹਾਰਾਜ ਦੇ ਚੇਲੇ ਹੋ ਗਏ। ਇਉਂ ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ, ਮਹਾਰਾਜ ਭਗਤ ਰਵਿਦਾਸ ਜੀ ਨਾ ਬੈਠੇ ਉਪਦੇਸ਼ ਦੇ ਰਹੇ। ਕਿਸੇ ਸਾਧ ਸੰਗਤ ਜੀ ਇੱਕ ਚੇਲੇ ਨੇ, ਮਹਾਰਾਜ ਦੇ ਚੇਲੇ ਨੇ ਸਵਾਲ ਕੀਤਾ ਕਿ ਕਹਿੰਦੇ ਮਹਾਰਾਜ ਇਹ ਦੱਸਣਾ ਕਰੋ ਵੀ ਨਿੰਦਿਆ ਕਿੰਨੀ ਕੁ ਮਾੜੀ ਹੈ, ਨਿੰਦਿਆ ਕਰਨੀ ਕਿੰਨੀ ਕੁ ਮਾੜੀ ਹੈ, ਇਹ ਦੱਸਣਾ ਕਰੋ। ਤਾਂ ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਨ ਕਰਦੇ ਨੇ। ਭਗਤ ਜੀ ਸਮਝਾਉਂਦੇ ਕਿ ਨਿੰਦਿਆ ਕਰਨੀ ਕਿੰਨੀ ਕੁ ਮਾੜੀ ਹੈ। ਜਿਹੜੇ ਲੋਕ ਸਾਧ ਸੰਗਤ ਜੀ ਅਗਿਆਨਤਾ ਦੇ ਸਹਿਤ ਹੋ ਕੇ ਨਿੰਦਿਆ ਕਰਦੇ ਹੈ ਨਾ, ਪੰਜਵੇਂ ਪਾਤਸ਼ਾਹ ਜੀ ਦੱਸਦੇ ਹੈ, ਮਹਾਰਾਜ ਕਹਿੰਦੇ ਚੋਰ ਜਾਰ ਜੂਆਰ ਤੇ ਬੁਰਾ, ਅਣਹੁੰਦਾ ਭਾਰ ਨਿੰਦਕ ਸਿਰ ਧਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੋਰ ਜਾਰ ਜੁਆਰ, ਚੋਰੀ ਕਰਨ ਵਾਲੇ ਚੋਰ ਤੋਂ, ਜੂਆ ਖੇਡਣ ਵਾਲੇ ਮਹਾਰਾਜ ਕਹਿੰਦੇ ਜੁਆਰ ਤੋਂ, ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਪਿੱਛੇ ਸਭ ਕੁਝ ਕਰਨ ਵਾਲਿਆਂ ਤੋਂ ਵੀ ਬੁਰਾ ਹੈ ਨਿੰਦਿਆ ਕਰਨ ਵਾਲਾ। ਅਣਹੁੰਦਾ ਭਾਰ ਨਿੰਦਕ ਸਿਰ ਧਰਾ। ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਉਹ ਭਾਰ ਸਿਰ ਤੇ ਚੱਕ ਲੈਂਦਾ ਹੈ। ਤੇ ਤਾਂ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਉਂ ਅਗਿਆਨਤਾ ਦੇ ਸਹਿਤ ਹੋ ਕੇ ਨਿੰਦਿਆ ਕਰਦੇ ਆ ਨਾ, ਉਹ ਆਪਣੇ ਸਿਰ ਤੇ ਭਾਰ ਹੀ ਰੱਖਦੇ।
ਤੇਰੇ ਇਹ ਨਹੀਂ ਸੋਚਦੇ ਕਿ ਤੇਰੇ ਤਾਂ ਮਨਾ ਪਹਿਲਾਂ ਹੀ ਤੇਰੇ ਤੇ ਮਾੜੇ ਕਰਮਾਂ ਦਾ ਭਾਰ ਬਹੁਤਾ ਹੈ। ਨਾ ਕੋਈ ਜਪ ਹੈ, ਨਾ ਕੋਈ ਤਪ ਹੈ, ਨਾ ਕੋਈ ਸੇਵਾ, ਨਾ ਕਿਸੇ ਮਹਾਤਮਾ ਗੁਰਮੁਖ ਪਿਆਰੇ ਦਾ ਸੰਗ ਹੈ। ਪਹਿਲਾਂ ਹੀ ਤੇਰੇ ਮਾੜੇ ਕਰਮਾਂ ਦਾ ਭਾਰ ਜ਼ਿਆਦਾ ਹੈ। ਤੇ ਜਦੋਂ ਸਾਧ ਸੰਗਤ ਜੀ ਨਿੰਦਿਆ ਕਰਦੇ ਆ, ਉਹ ਹੋਰ ਭਾਰ ਚੱਕ ਲੈਂਦੇ ਨੇ ਆਪਣੇ ਸਿਰ ਤੇ। ਇਸੇ ਕਰਕੇ ਸਤਿਗੁਰਾਂ ਜੀ ਨੇ ਆਖਿਆ, ਨਿੰਦਾ ਕਰਹਿ ਸਿਰ ਭਾਰ ਉਠਾਏ। ਮਹਾਰਾਜ ਕਹਿੰਦੇ ਕੋਈ ਨਿੰਦਿਆ ਕਰਦਾ ਹੈ ਨਾ, ਆਪਣੇ ਸਿਰ ਤੇ ਭਾਰ ਉਠਾਉਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ, ਅੰਤਰ ਲੋਭ ਫਿਰੈ ਹਲਕਾਏ, ਨਿੰਦਾ ਕਰਹਿ ਸਿਰ ਭਾਰ ਉਠਾਏ। ਸੱਚੇ ਪਾਤਸ਼ਾਹ ਜੀ ਕਹਿੰਦੇ, ਨਿੰਦਿਆ ਕਰਕੇ ਆਪਣੇ ਸਿਰ ਤੇ ਭਾਰ ਉਠਾਉਂਦਾ। ਮਹਾਰਾਜ ਕਹਿੰਦੇ, ਜਦੋਂ ਸਾਧ ਸੰਗਤ ਜੀ ਭਗਤ ਰਵਿਦਾਸ ਮਹਾਰਾਜ ਜੀ ਨੇ ਇਉਂ ਬਚਨ ਸੁਣਿਆ ਤਾਂ ਉਸ ਵੇਲੇ ਇਹ ਬਚਨ ਉਚਾਰਦੇ ਐ, ਜੋ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ। ਫਿਰ ਪੜੋ ਜੀ। ਜਿਉ 68 ਤੀਰਥ ਨਹਾਵੈ। ਸਾਧ ਸੰਗਤ ਜੀ ਮਹਾਰਾਜ ਭਗਤ ਰਵਿਦਾਸ ਜੀ ਦੱਸਦੇ ਐ ਕਿ ਭਾਈ ਜੇ ਕੋ 8 60 68 ਤੀਰਥਾਂ ਤੇ ਨਹਾਉਂਦਾ ਫਿਰੇ, ਜਿਉ ਦੁਆਦਸ ਸਿਲਾ ਪੁਜਾਵੈ। ਦੀਨ ਦੁਨੀਆ ਦੇ ਸਤਿਗੁਰੂ ਜੀ ਦੱਸਦੇ ਐ, ਭਗਤ ਰਵਿਦਾਸ ਸਾਹਿਬ ਜੀ ਵੈਸੇ ਤਾਂ ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਗੁਰਮੁਖ ਨਹੀਂ ਕਦੇ ਨਿੰਦਿਆ ਕਰਦਾ। ਇਹ ਮਨਮੁਖੀ ਲੋਕ ਕਰਦੇ ਰਹਿੰਦੇ ਐ, ਕਿਤੇ ਉਹਦੀਆਂ ਚੁਗਲੀ ਕਰ ਲਈ, ਕਦੇ ਉਹਦੀ ਨਿੰਦਿਆ ਚੁਗਲੀ ਕਰ ਲਈ। ਸਾਧ ਸੰਗਤ ਜੀ ਤੇ ਇਸੇ ਕਰਕੇ ਤਾਂ ਰੱਬ ਦਾ ਪਿਆਰਾ ਨਿੰਦਿਆ ਹੀ ਨਹੀਂ ਕਰਦਾ। ਉਹ ਤੇ ਕਹਿੰਦਾ ਇਹ ਮੈਂ ਕਿਉਂ ਭਾਰ ਚੱਕਦਾ ਆਪਣੇ ਸਿਰ ਤੇ। ਪਰ ਗੁਰਮੁਖ ਪਿਆਰਿਓ, ਸਤਿਗੁਰੂ ਜੀ ਕਹਿੰਦੇ ਨਿੰਦਿਆ ਤੇ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ, ਇਹ ਤੇ ਮਨਮੁਖ ਲੋਕ ਕਰਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ, ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿਨਾ ਨਿੰਦਕਾ ਨਰਕੇ ਘੋਰ ਪਵਨ। ਰੱਬ ਦੇ ਪਿਆਰੇ ਦੀ ਤਾਂ ਨਿੰਦਾ ਵੈਸੇ ਵੀ ਨਹੀਂ ਕਰਨੀ ਚਾਹੀਦੀ, ਪਰ ਜਿਹੜੇ ਸਾਧ ਸੰਗਤ ਜੀ ਕਲੰਕ ਲਵਾ ਲੈਂਦੇ ਐ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਉਹਨਾਂ ਦਾ ਫਰ ਨਰਕੇ ਘੋਰ ਪਵਨ। ਘੋਰ ਨਰਕ 18 ਤਰ੍ਹਾਂ ਦੇ ਨਰਕ ਨੇ ਗੁਰਮੁਖ ਪਿਆਰਿਓ, 18 ਤਰ੍ਹਾਂ ਦੇ ਨਰਕ ਨੇ। 18 ਤਰ੍ਹਾਂ ਦੇ ਨਰਕ ਵਿੱਚ ਉਹਨਾਂ ਨੂੰ ਪੈਣਾ ਪੈਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਸਾਧ ਸੰਗਤ ਜੀ ਕਿਸੇ ਰੱਬ ਦੇ ਪਿਆਰੇ ਦੀ ਗੁਰਮੁਖ ਦੀ ਨਿੰਦਿਆ ਕਰਦੇ ਨੇ। ਫਿਰ ਪੰਗਤੀ ਪੜੋ ਜੀ। ਜਿਉ ਦੁਆਦਸ ਸਿਲਾ ਪੁਜਾਵੈ, ਜਿਉ ਤੀਰਥ 68 ਨਹਾਵੈ। ਜਿਉ 68 ਤੀਰਥ ਨਹਾਵੈ। ਸਾਧ ਸੰਗਤ ਜੀ ਭਗਤ ਜੀ ਕਹਿੰਦੇ, ਜੇ ਭਾਈ ਕੋਈ 68 ਤੀਰਥਾਂ ਤੇ ਵੀ ਇਸ਼ਨਾਨ ਕਰ ਲਵੇ। ਸਾਧ ਸੰਗਤ ਜੀ ਬਾਹਮਣ ਕਹਿੰਦੇ ਸਨ ਕਿ ਤੀਰਥਾਂ ਤੇ ਨਹਾ ਕੇ ਨਾ ਮਨ ਸ਼ੁੱਧ ਹੋ ਜਾਂਦਾ। ਕਹਿੰਦੇ ਜੀ ਪਵਿੱਤਰ ਹੋ ਜਾਈਦਾ। ਦੀਨ ਦੁਨੀਆ ਦੇ ਸਤਿਗੁਰੂ ਜੀ ਕਹਿੰਦੇ, ਭਾਈ ਬਾਹਰਲਾ ਜਿਹੜਾ ਪਾਣੀ ਹੈ ਉਹ ਸਰੀਰ ਹੀ ਸਾਫ਼ ਕਰ ਸਕਦਾ, ਮਨ ਦੀ ਪਿਉਰੀਫਿਕੇਸ਼ਨ ਨਹੀਂ ਹੋ ਸਕਦੀ, ਮਨ ਦੀ ਸ਼ੁੱਧਤਾ ਨਹੀਂ ਹੋ ਸਕਦੀ। ਸਾਧ ਸੰਗਤ ਜੀ ਮਨ ਤੇ ਵਾਹਿਗੁਰੂ ਦੇ ਨਾਮ ਨੇ, ਗੁਰਬਾਣੀ ਨੇ, ਗਿਆਨ ਨੇ ਸ਼ੁੱਧ ਕਰਨਾ ਹੈ, ਵਿਵੇਕ ਬੁੱਧ ਨੇ ਸ਼ੁੱਧ ਕਰਨਾ ਹੈ। ਸਾਧ ਸੰਗਤ ਜੀ ਤੇ ਇਹ ਵੀ ਕਲਗੀਧਰ ਜੀ, ਜਿੰਨੀ ਸੁਚਮਤਾ ਕੋਈ ਰੱਖੇਗਾ ਉਨਾ ਹੀ ਮਨ ਸ਼ੁੱਧ ਹੋਊਗਾ। ਸਾਧ ਸੰਗਤ ਜੀ ਕਿਸੇ ਦੇ ਹੱਥ ਦਾ ਨਹੀਂ ਖਾਣਾ, ਕਿਸੇ ਨਗੁਰੇ ਦਾ ਨਹੀਂ ਖਾਣਾ, ਕਿਉਂਕਿ ਜਿਹੜੇ ਨਗੁਰੇ ਪਤਾ ਨਹੀਂ ਕਿੱਥੇ ਕਿੱਥੇ ਮੂੰਹ ਮਾਰਦੇ ਰਹਿੰਦੇ ਐ, ਖਾਂਦੇ ਰਹਿੰਦੇ ਐ। ਇੰਨੀ ਸੁਚਮਤਾ ਧਾਰਨ ਕਰਕੇ ਰੱਖੇਗਾ, ਮਨ ਉਨਾ ਹੀ ਪਵਿੱਤਰ ਹੋਏਗਾ। ਸਾਧ ਸੰਗਤ ਜੀ ਸੁਚ ਹੋਵੇ ਤਾਂ ਸੱਚ ਪਾਈਐ, ਇਹ ਬਚਨ ਆਸਾ ਕੀ ਵਾਰ 'ਚ ਵੀ ਆਉਂਦਾ ਹੈ। ਇਸੇ ਕਰਕੇ ਗੁਰਮੁਖੋ ਸੁਚਮਤਾ ਧਾਰਨ ਕਰਕੇ ਰੱਖਣੀ ਤਾਂ ਚਾਹੀਦੀ ਏ। ਪਰ ਜੇ ਕੋਈ ਆਖੇ ਮੈਂ ਤੀਰਥਾਂ ਤੇ ਨਹਾ ਕੇ ਪਵਿੱਤਰ ਹੋ ਗਏ ਆ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹਦੇ ਅੰਦਰ ਹਜੇ ਅਗਿਆਨਤਾ ਹੀ ਹੈ, ਉਹਦੇ ਅੰਦਰ ਹਜੇ ਸੱਚੇ ਪਾਤਸ਼ਾਹ ਜੀ ਕਹਿੰਦੇ ਅਵਿਦਿਆ ਹੀ ਹੈ। ਇਹ ਨਹੀਂ ਜਾਣਦਾ ਕਿ ਜਿਹੜਾ ਬਾਹਰਲਾ ਪਾਣੀ ਹੈ ਮਨ ਨਹੀਂ ਸ਼ੁੱਧ ਕਰ ਸਕਦਾ, ਸਰੀਰ ਹੀ ਸਾਫ਼ ਕਰ ਸਕਦਾ ਹੈ। ਮਨ ਦੀ ਪਿਉਰੀਫਿਕੇਸ਼ਨ ਭਾਵ ਮਨ ਦੀ ਸ਼ੁੱਧਤਾ ਨਹੀਂ ਹੋ ਸਕਦੀ। ਇਉਂ ਸਤਿਗੁਰੂ ਜੀ ਦੱਸਦੇ ਨੇ। ਫਿਰ ਧਿਆਨ ਨਾਲ ਪੜੋ ਜੀ। ਜਿਉ 68 ਤੀਰਥ ਨਹਾਵੈ। ਮਹਾਰਾਜ ਕੇ ਭਗਤ ਰਵਿਦਾਸ ਜੀ ਕਹਿੰਦੇ, ਜੇ ਕੋਈ 68 ਤੀਰਥਾਂ ਤੇ ਵੀ ਇਸ਼ਨਾਨ ਕਰ ਲਵੇ। ਦੇਖੋ ਇੱਕ ਅੱਧੇ ਤੀਰਥ ਦੀ ਗੱਲ ਨਹੀਂ, 68 ਤੀਰਥ ਨੇ ਭਾਰਤ ਵਰਸ਼ ਦੇ ਵਿੱਚ। ਇਹ ਧਰਤੀ ਦੇ, ਭਾਰਤ ਦੀ ਧਰਤੀ ਤੇ 68 ਤੀਰਥ ਮੰਨੇ ਐ। ਸਤਿਗੁਰੂ ਜੀ ਕਹਿੰਦੇ, ਜੇ 68 ਤੀਰਥਾਂ ਤੇ ਕੋਈ ਨਹਾ ਲਵੇ, ਜਿਉ ਦੁਆਦਸ ਸਿਲਾ ਪੁਜਾਵੈ। ਹਾਂਜੀ, ਸਿਲਾ ਨਾਮ ਹੈ ਪੱਥਰ ਦਾ, ਸਟੋਨ ਦਾ। ਸਤਿਗੁਰੂ ਜੀ ਕਹਿੰਦੇ, ਜੇ ਉਹ ਦੁਆਦਸ, ਦੁਆਦਸ 2 ਤੇ 10, ਦੁਆ ਨਾਮ 2 ਦਾ, 10 ਨਾਮ 10 ਦਾ, ਇਹ ਗਿਣਤੀ ਦਾ ਵਾਚਕ ਹੈ। ਮਹਾਰਾਜ ਕਹਿੰਦੇ, ਜੇ ਉਹ 12 ਸ਼ਿਵਲਿੰਗ ਦੀ ਪੂਜਾ ਵੀ ਕਰ ਲਵੇ,
ਠਾੜ ਤੀਰਥਾਂ ਤੇ ਤਾਂ ਨਹਾਵੀ ਨਹਾਵੇ, ਜੇ ਉਹ ਦੁਆਦਸ 2 ਤੇ 10 ਭਾਵ 12 ਸ਼ਿਵਲਿੰਗ ਦੀ ਪੂਜਾ ਕਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਪੜੋ ਜੀ। ਜੇ ਉਹ ਦੁਆਦਸ ਸਿਲਾ ਪੁਜਾਵੈ। ਮਹਾਰਾਜ ਕਹਿੰਦੇ ਸਾਧ ਸੰਗਤ ਜੀ ਇਹ ਜਿਹੜੇ 12 ਸ਼ਿਵਲਿੰਗ ਨੇ ਉਹਦੀ ਪੂਜਾ ਕਰੇ। ਸਾਧ ਸੰਗਤ ਜੀ ਪੱਥਰ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਵੀ ਜੇ ਕੋਈ ਸਿਲਾ ਪੂਜਾਵੇ, ਪੂ ਨਾਮ ਪੁਜਾਵੇ ਦਾ ਸਾਧ ਸੰਗਤ ਜੀ ਭਾਵ ਹੁੰਦਾ ਪੂਜਣਾ। ਸਾਧ ਸੰਗਤ ਜੀ ਕੋਈ ਸੋਮਨਾਥ ਜਾਂਦਾ, ਕੋਈ ਬਦਰੀ ਨਰੈਣ ਜਾਂਦਾ, ਕੇਦਾਰਨਾਥ ਜਾਂਦਾ, ਨਾਗੇਸ਼ਵਰ ਦਰਬਾਰ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ 12 ਬਣਦੇ ਹੈ। ਮਹਾਰਾਜ ਕਹਿੰਦੇ ਜੇ ਕੋਈ 12 ਥਾਂ ਤੇ ਜਾ ਕੇ ਵੀ ਇਸ਼ਨਾਨ ਪਾਣ ਕਰੇ, ਉੱਥੇ ਜਾ ਕੇ ਵੀ ਜੇ ਕੋਈ ਪੂਜਣਾ ਕਰੇ, ਜੇ ਉਹ ਕੂਪ ਤਟਾ ਦੇ ਵਾਵੈ। ਸਾਧ ਸੰਗਤ ਜੀ ਕੂਪ ਨਾਮ ਖੂਹ ਦਾ ਹੈ। ਮਹਾਰਾਜ ਕਹਿੰਦੇ ਫਿਰ ਧਿਆਨ ਨਾਲ ਸੁਣੋ ਭਾਈ, ਜੇ ਠਾੜ ਤੀਰਥਾਂ ਤੇ ਵੀ ਇਸ਼ਨਾਨ ਕਰੇ, ਦੇਖੋ ਕਿੰਨਾ ਖਰਚਾ ਹੋਊਗਾ, ਪੁੰਨਦਾਨ ਹੋਊਗਾ ਨਾ ਸਾਧ ਸੰਗਤ ਜੀ। ਠਾੜ ਤੀਰਥਾਂ ਤੇ ਇਸ਼ਨਾਨ ਕਰਨਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਪਰ ਸਤਿਗੁਰੂ ਜੀ ਕਹਿੰਦੇ ਜੇ ਕੋਈ ਠਾੜ ਤੀਰਥਾਂ ਤੇ ਇਸ਼ਨਾਨ ਵੀ ਕਰ ਲਵੇ, ਫਿਰ ਉਹ 12 ਸ਼ਿਵਲਿੰਗ ਦੀ ਪੂਜਾ ਵੀ ਕਰੇ। ਭਗਤ ਰਵਿਦਾਸ ਮਹਾਰਾਜ ਕਹਿੰਦੇ ਫਿਰ ਉਹ ਕਹਿੰਦੇ ਐ, ਫਿਰ ਪੰਕਤੀ ਪੜੋ ਜੀ। ਜੇ ਉਹ ਕੂਪ ਤਟਾ ਦੇ ਵਾਵੈ। ਮਹਾਰਾਜ ਕਹਿੰਦੇ ਕੂਪ ਨਾਮ ਖੂਹ ਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਉਹ ਖੂਹ ਵੀ ਲਾਵੇ, ਦੇਖੋ ਪੁਰਾਣੇ ਸਮਿਆਂ ਦੇ ਵਿੱਚ, ਅੱਜ ਦੇਖੋ ਹਰੇਕ ਘਰਾਂ 'ਚ ਪਾਣੀ ਹੈ, ਜਾਂ ਸਰਕਾਰ ਟੂਟੀਆਂ ਜੀਆਂ ਲਾਉਂਦੀ ਫਿਰਦੀ ਹੈ ਚਲੋ ਕਿ ਪਾਣੀ ਆ ਜੇ। ਪੁਰਾਣੇ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਲੋਕ ਖੂਹਾਂ ਤੋਂ, ਟਿਊਬਵੈੱਲ ਤੋਂ ਪਾਣੀ ਭਰਦੇ ਸੀ। ਖੂਹ ਲਾਉਣਾ ਕਿਸੇ ਸਾਧ ਸੰਗਤ ਜੀ ਹਰੇਕ ਦੇ ਵੱਸ ਦੀ ਗੱਲ ਨਹੀਂ ਸੀ। ਜਿਸ ਪ੍ਰਕਾਰ ਸਤਿਗੁਰਾਂ ਨੇ ਵੀ ਬੜੇ ਖੂਹ ਲਵਾਏ, ਬੜੇ ਸਰੋਵਰ ਬਣਾਏ ਪਾਣੀ ਦੀ ਕਿੱਲਤ ਨੂੰ ਵੇਖ ਕੇ, ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਇਹ ਵੀ ਕੋਈ ਪੁੰਨ ਦਾ ਕੰਮ ਕਰੇ, ਵੀ ਖੂਹ ਵੀ ਲਵਾ ਦਵੇ। ਮਹਾਰਾਜ ਕਹਿੰਦੇ ਇਹ ਵੀ ਪੁੰਨਦਾਨ ਕਰੇ। ਦੇਖੋ ਪਾਣੀ ਸਾਰਿਆਂ ਨੇ ਛਕਣਾ ਹੁੰਦਾ ਨਾ, ਪੀਣਾ ਹੁੰਦਾ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਪਾਣੀ ਤੋਂ ਹੀ ਖੇਤੀ ਹੋਣੀ ਹੈ, ਪਾਣੀ ਤੋਂ ਹੀ ਸਾਰਾ ਕੁਝ। ਇਹ ਸਾਧ ਸੰਗਤ ਜੀ ਹਰ ਜਿੰਨੀ ਵੀ ਕਿਰਿਆ ਸਭ ਪਾਣੀ ਤੋਂ ਹੀ ਹੁੰਦੀ ਹੈ। ਮਹਾਰਾਜ ਕਹਿੰਦੇ ਜੇ ਉਹ ਖੂਹ ਵੀ ਲਾਵੇ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਕਰੇ ਭਾਈ, ਜੇ ਉਹ ਕੂਪ ਤੱਟਾ ਦਿਵਾਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਖੂਹ ਬਣਾ ਕੇ ਫਿਰ ਤਲਾਬ ਵੀ ਦੇਣਾ ਕਰੇ, ਇੰਨਾ ਪੁੰਨ ਦਾਨ ਕਰੇ, ਮਾਇਆ ਖਰਚ ਕੇ। ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਰੈ ਨਿੰਦ ਸਭ ਵਿਰਥਾ ਜਾਵੈ। ਆ ਧਿਆਨ ਦੇ ਕੇ ਗੁਰਮੁਖੋ ਬਚਨ ਸੁਣੋ। ਮਹਾਰਾਜ ਕਹਿੰਦੇ ਕਰੈ ਨਿੰਦ ਸਭ ਬਿਰਥਾ ਜਾਵੇ। ਜੇ ਥੋੜੀ ਜੀ ਵੀ ਨਿੰਦਿਆ ਕਰ ਲਈ ਨਾ, ਸਾਰਾ ਕੁਝ ਹੀ ਵਿਅਰਥ ਹੋ ਗਿਆ ਗੁਰਮੁਖੋ। ਸੱਚੇ ਪਾਤਸ਼ਾਹ ਇਹ ਸਾਡੇ ਤੇ ਵੀ ਇਹ ਸਾਧ ਸੰਗਤ ਜੀ ਇਹ ਸਾਰਿਆਂ ਨੇ ਇਹ ਵੀ ਸਮਝਣਾ। ਤੂੰ ਹਰਮੰਦਰ ਸਾਹਿਬ ਤੁਰਿਆ ਫਿਰੇ, ਉੱਥੇ ਵੀ ਨਹਾ ਕੇ ਆਵੇਂ, ਫਿਰ ਸਾਧ ਸੰਗਤ ਜੀ ਬੜਾ ਪੂਜਾ ਪਾਠ ਕਰੇ, ਫਿਰ ਤੂੰ ਪੁੰਨਦਾਨ ਵੀ ਕਰੇ। ਉੱਥੇ ਜੀ ਅਸੀਂ ਜਲੇਬੀਆਂ ਲਾਉਣ ਲੰਗਰ ਲਾਤਾ ਜੀ, ਅਸੀਂ ਜੀ ਉੱਥੇ ਆਹ ਲੰਗਰ ਲਾਤਾ ਜੀ, ਆਹ ਵੀ ਜੇ ਤੂੰ ਕੰਮ ਵੀ ਕਰ ਲਏ ਨਾ, ਤਾਂ ਭਗਤ ਰਵਿਦਾਸ ਜੀ ਆਖਦੇ ਹਨ, ਫਿਰ ਪੜੋ ਜੀ। ਕਰੈ ਨਿੰਦ ਸਭ ਬਿਰਥਾ ਜਾਵੈ। ਹਾਂ ਵਿਅਰਥ ਹੈ, ਕੀਤਾ ਭਜਨ ਪਾਠ ਵਿਅਰਥ ਹੈ। ਸਾਧ ਸੰਗਤ ਜੀ ਉੱਥੇ ਨਹਾਉਣ ਚਲੇ ਗਏ ਜੀ, ਅਸੀਂ ਫਲਾਣੇ ਥਾਂ ਚਲੇ ਗਏ ਜੀ, ਨਿੰਦਿਆ ਤੇ ਸਾਰੀ ਦਿਹਾੜੀ ਕਰਦਾ ਰਹਿਣਾ, ਉਹ ਮਾੜਾ ਢਿਮਕਾ ਮਾੜਾ, ਤੂੰ ਹੀ ਕਹਿੰਦਾ, ਮੈਂ ਕਹਿੰਦਾ ਜੀ ਮੈਂ ਹੀ ਚੰਗਾ ਹਾਂ, ਬਾਕੀ ਸਭ ਮਾੜੇ ਹੈ। ਇਸੇ ਪ੍ਰਕਾਰ ਜਿਹੜੇ ਸਾਧ ਸੰਗਤ ਜੀ ਇਹ ਕਰਦੇ ਐ, ਉਹ ਆਪਣੀ ਭਜਨ ਬੰਦਗੀ ਵੀ ਸਾਧ ਸੰਗਤ ਜੀ ਅਜਾਈ ਗਵਾਉਂਦੇ ਐ। ਉਹ ਸਾਧ ਸੰਗਤ ਜੀ ਕੀਤਾ ਪੁੰਨ ਦਾਨ ਵੀ ਅਜਾਈ ਗਵਾ ਲੈਂਦੇ ਐ। ਸਾਧ ਸੰਗਤ ਜੀ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ, ਜਿਹੜੇ ਸਾਧ ਸੰਗਤ ਜੀ ਸਮਝਦੇ ਨਹੀਂ ਹੈ। ਕਿਉਂਕਿ ਸਤਿਗੁਰੂ ਤਾਂ ਇਹੀ ਦੱਸਦੇ ਹੈ ਕਿ ਭਾਈ ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਨਾ ਨਿੰਦ ਕਾ ਨਰਕੇ ਘੋਰ ਪਵਨ। ਸੋ ਸਾਧ ਸੰਗਤ ਜੀ ਸ਼੍ਰੋਮਣੀ ਭਗਤ ਮਹਾਰਾਜ ਭਗਤ ਰਵਿਦਾਸ ਜੀਓ ਦੱਸਦੇ ਨੇ, ਸਾਧਕ ਨਿੰਦਕ ਕੈਸੈ ਤਰੈ। ਮਹਾਰਾਜ ਕਹਿੰਦੇ ਭਾਈ ਜੇ ਕੋਈ ਸਾਧੂ ਦਾ ਨਿੰਦਕ ਹੈ ਨਾ, ਉਹ ਕਿਵੇਂ ਤਰ ਸਕਦਾ, ਉਹ ਤਾਂ ਤਾਰੀ ਨਹੀਂ ਸਕਦਾ। ਇਹ ਤੇ ਆਮ ਦੁਨੀਆ ਦੀ ਗੱਲ ਹੈ ਨਾ, ਕਿਸੇ ਦੀ ਨਿੰਦਿਆ ਕਰਨੀ। ਵੈਸੇ ਸਾਧ ਸੰਗਤ ਜੀ ਇਹ ਜਿਹੜੀ ਦੁਨੀਆ ਹੈ ਗੁਰਮੁਖਾਂ ਦੀ ਨਿੰਦਿਆ ਬਹੁਤੀ ਕਰਦੀ। ਉਹ ਐਂ ਕਰਦਾ, ਉਹ 4 ਵਾਰੀ ਹੱਥ ਮਾਂਜਦਾ, ਉਹ 5 ਵਾਰੀ ਮਾਂਜਦਾ, ਉਹ ਐਂ ਕਰਦਾ ਰਹਿੰਦਾ ਹੈ। ਸਾਧ ਸੰਗਤ ਜੀ ਐਵੇਂ ਬਸ ਝੂਠੀ ਨਿੰਦਿਆ ਕਰੇ, ਸਾਧ ਸੰਗਤ ਜੀ ਕਰੀ ਜਾਣਗੇ। ਪਰ ਭਗਤ ਰਵਿਦਾਸ ਜੀ ਕਹਿੰਦੇ ਸਾਧਕਾ ਨਿੰਦਕ ਕੈਸੇ ਤਰੈ। ਜੇ ਕੋਈ ਭਾਈ ਸਾਧੂ ਦਾ ਨਿੰਦਕ ਹੈ ਨਾ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ, ਔਗਣ ਕੱਢਣ ਵਾਲਾ,
ਸਾਧ ਸੰਗਤ ਜੀ ਨਿੰਦਿਆ ਦਾ ਭਾਵ ਕੀ ਹੈ? ਗੁਣਾਂ ਦੇ ਵਿੱਚ ਦੋਸ਼ ਨੂੰ ਕੱਢਣਾ ਨਿੰਦਿਆ ਹੁੰਦਾ ਹੈ। ਦੇਖੋ ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ, ਉਹ ਭਾਵੇਂ ਪਿੱਠ ਪਿੱਛੇ ਭਾਵੇਂ ਮੂੰਹ ਤੇ ਹੋਵੇ, ਪਰ ਜੇ ਕੋਈ ਗੁਣਵਾਨ ਹੋਵੇ ਉਸ ਗੁਣਵਾਨ ਦੇ ਵਿੱਚ ਔਗਣ ਕੱਢਣੇ ਨੂੰ ਨਿੰਦਿਆ ਆਖਿਆ ਸਾਧ ਸੰਗਤ ਜੀ। ਸੋ ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਸਾਧਕਾ ਨਿੰਦਕ ਕੈਸੇ ਤਰੈ। ਭਗਤ ਰਵਿਦਾਸ ਮਹਾਰਾਜ ਕਹਿੰਦੇ ਸਾਧੂ ਦਾ ਜਿਹੜਾ ਨਿੰਦਕ ਹੈ ਨਾ ਉਹ ਕਿਵੇਂ ਤਰ ਸਕਦਾ, ਉਹ ਤੇ ਤਾਰੀ ਨਹੀਂ ਸਕਦਾ ਸਾਧ ਸੰਗਤ ਜੀ। ਇਸੇ ਕਰਕੇ ਉਹ ਜਿਹੜਾ ਸਾਧ ਸੰਗਤ ਜੀ ਇੱਕ ਅਜੈ ਰਾਜਾ ਹੋਇਆ, ਉਹ ਅਜੈ ਰਾਜਾ ਹੋਇਆ, ਉਹ ਸਾਧ ਸੰਗਤ ਜੀ ਨਾ ਬਹੁਤਾ ਪੁੰਨ ਦਾਨ ਕਰਿਆ ਕਰੇ। ਇਹਦੀ ਕਥਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦੀ ਹੈ। ਅੱਜ ਸਾਧ ਸੰਗਤ ਜੀ ਰਾਜੇ ਦੀ ਇਹ ਸਾਧ ਸੰਗਤ ਜੀ ਰੋਜ਼ ਪੁੰਨ ਦਾਨ ਕਰਿਆ ਕਰੇ। ਇੱਕ ਵਾਰੀ ਕੀ ਹੋਇਆ, ਸਾਧ ਸੰਗਤ ਜੀ ਇਹ ਤੜਕੇ ਦੇ ਵੇਲੇ ਨਾ ਤਬੇਲੇ ਦੇ ਘੋੜਿਆਂ ਦੇ ਤਬੇਲੇ ਵਿੱਚ ਖੜਾ ਸੀ। ਉਥੇ ਕੋਈ ਮਹਾਤਮਾ ਬ੍ਰਹਮ ਗਿਆਨੀ ਆ ਗਏ ਸਾਧ ਸੰਗਤ ਜੀ। ਇਹ ਜਿਹੜੇ ਪੂਰਨ ਮਹਾਤਮਾ ਹੁੰਦੇ ਐ ਸਾਧ ਸੰਗਤ ਜੀ, ਇਹਨਾਂ ਦੀ ਉਸਤਤੀ ਸਤਿਗੁਰਾਂ ਨੇ ਬਹੁਤ ਥਾਵਾਂ ਤੇ ਕੀਤੀ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਸਤਿਗੁਰੂ ਜੀ ਬਚਨ ਕਰਦੇ ਐ। ਪੂਰਨ ਮਹਾਤਮਾ ਨਾ ਜੰਗਲ ਵਿੱਚ ਰਹਿੰਦੇ ਸਨ। ਇਹ ਸਾਧ ਸੰਗਤ ਜੀ ਭਿਖਿਆ ਮੰਗਣ ਆ ਗਏ, ਭਾਵ ਡਾਲੀ ਲੈਣ ਗਜਾ ਕਰਨ ਵਾਸਤੇ ਆ ਗਏ ਮਹਾਂਪੁਰਖ। ਜਦੋਂ ਸਾਧ ਸੰਗਤ ਜੀ ਮੰਗਣ ਵਾਸਤੇ ਡਾਲੀ ਲੈਣ ਵਾਸਤੇ ਆਏ ਨਾ, ਇੱਕ ਦਿਨ ਰਾਜੇ ਦੇ ਦਰਬਾਰ ਵਿੱਚ ਚਲੇ ਗਏ ਸਾਧ ਸੰਗਤ ਜੀ। ਵੈਸੇ ਤੇ ਇਹ ਮਹਾਤਮਾ ਨੂੰ ਹਦਾਇਤ ਹੈ ਵੀ ਕਿਸੇ ਦੇ ਘਰ ਦਾ ਨਹੀਂ ਖਾਣਾ, ਕਿਸੇ ਇੱਕ ਘਰ ਦਾ ਨਹੀਂ ਖਾਣਾ। ਕਹਿੰਦੇ ਜੇ ਕੋਈ ਕਿਸੇ ਇੱਕ ਘਰ ਦਾ ਖਾਂਦਾ ਹੈ ਨਾ, ਜਾਂ ਉਹਦੇ ਵਾਸਤੇ ਫਿਰ ਭਜਨ ਬੰਦਗੀ ਕਰਨੀ ਪੈਂਦੀ ਹੈ, ਤਾਂ ਕਿਤੇ ਜਾ ਕੇ ਹਿਸਾਬ ਕਿਤਾਬ ਪੂਰਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ, ਸਾਧੂ ਬਣਨਾ ਸਾਧ ਸੰਗਤ ਜੀ ਬੜਾ ਔਖਾ ਹੈ। ਇਸੇ ਕਰਕੇ ਕਹਾ ਲੈਣਾ ਬੜਾ ਸੌਖਾ, ਹੋਣਾ ਬੜਾ ਔਖਾ ਹੈ। ਗੁਰਮੁਖ ਕਹਾ ਲੈਣਾ ਸੌਖਾ, ਲਿਬਾਸ ਤੇ ਹਰੇਕ ਹੀ ਪਾਈ ਫਿਰਦਾ ਹੈ, ਪਰ ਹੋਣਾ ਬੜਾ ਔਖਾ ਹੈ ਸਾਧ ਸੰਗਤ ਜੀ। ਇਸੇ ਕਰਕੇ ਉਹ ਮਹਾਤਮਾ ਕਿਸੇ ਕਿਸੇ ਘਰ ਜਾਇਆ ਕਰਨ। ਪਰ ਇੱਕ ਦਿਨ ਰਾਜੇ ਦੇ ਦਰਬਾਰ ਦੀ ਸਾਧ ਸੰਗਤ ਜੀ ਇਹਨਾਂ ਨੇ ਰੁੱਖ ਕੀਤਾ ਵੀ ਚਲੋ ਅੱਜ ਰਾਜੇ ਦੇ ਦਰਬਾਰ ਵਿੱਚ ਜਾਂਦੇ ਆ ਭਿਖਿਆ ਮੰਗਣ ਵਾਸਤੇ, ਡਾਲੀ ਲੈਣ ਵਾਸਤੇ। ਇਹ ਸਾਧ ਸੰਗਤ ਜੀ ਰਾਜੇ ਦਾ ਸੁਭਾਅ ਸੀ, ਰੋਜ਼ ਦਾਨ ਕਰਿਆ ਕਰਿਆ। ਅੱਜ ਕੁਦਰਤੀ ਮਹਾਤਮਾ ਉੱਥੇ ਆ ਗਏ ਸਾਧ ਸੰਗਤ ਜੀ। ਇਹ ਮਹਾਤਮਾ ਜਦੋਂ ਆਏ ਨਾ, ਪਤਾ ਨਹੀਂ ਰਾਜੇ ਦੇ ਮਨ ਵਿੱਚ ਕੀ ਸੀ ਸਾਧ ਸੰਗਤ ਜੀ, ਬਹੁਤਾ ਗੁੱਸਾ ਕਹਿ ਲੋ ਚੜਿਆ ਹੋਇਆ ਸੀ। ਮਹਾਤਮਾ ਕਹਿਣ ਲੱਗੇ, ਹੇ ਰਾਜਨ ਮੈਂ ਤੇਰੇ ਦਰ ਤੇ ਆਇਆ, ਤੂੰ ਮੈਨੂੰ ਭਿਖਿਆ ਦੇ। ਤੇ ਸਾਧ ਸੰਗਤ ਜੀ ਇਹ ਰਾਜਾ ਕਹਿਣ ਲੱਗਿਆ ਕਿ ਮਹਾਤਮਾ ਜੀ ਹੁਣ ਮੈਂ ਭਿਖਿਆ ਦੇ ਚੁੱਕਾ ਆ, ਮੈਂ ਇੱਕ ਵਾਰ ਹੀ ਦਿੰਨਾ ਆ ਕਿ ਤੜਕੇ ਤੜਕੇ ਮੈਂ ਭਿਖਿਆ ਦਿੰਨਾ ਆ, ਦਾਨ ਦਿੰਨਾ ਆ। ਹੁਣ ਮੈਂ ਘੋੜੇ ਦੇ ਤਬੇਲਿਆਂ 'ਚ ਖੜਾ, ਹੁਣ ਮੈਂ ਕਿੱਥੇ ਜਾਊਂਗਾ, ਇਸੇ ਕਰਕੇ ਹੁਣ ਮੇਰੇ ਕੋਲ ਸਮਾਂ ਨਹੀਂ। ਫਿਰ ਮਹਾਤਮਾ ਨੇ ਦੂਜਾ ਬਚਨ ਕੀਤਾ, ਹੇ ਰਾਜਨ ਮੈਂ ਤੇਰੇ ਦਰਬਾਰ ਤੇ ਆਇਆ, ਦਰ ਤੇ ਆਇਆ। ਇਸੇ ਕਰਕੇ ਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੱਸਦੇ ਕਿ ਭਾਈ ਜੇ ਕੋਈ ਘਰ ਵਿੱਚ ਕੋਈ ਅਤਿਥੀ ਆ ਜਾਏ ਨਾ, ਉਹ ਰੱਬ ਜਾਣ ਕੇ ਸੇਵਾ ਕਰਨੀ ਚਾਹੀਦੀ ਹੈ। ਸਾਧ ਸੰਗਤ ਜੀ ਜੇ ਚਲੋ ਮੈਂ ਇਹ ਵੀ ਕਹਿਣਾ ਮਾਇਆ ਕਰਕੇ ਨਹੀਂ ਸੇਵਾ ਕਰਨੀ, ਭੋਜਨ ਪਾਣੀ ਛਕਾ ਦੇਣਾ ਚਾਹੀਦਾ। ਸਾਧ ਸੰਗਤ ਜੀ ਅਤਿਥੀ ਨੂੰ ਰੱਬ ਜਾਣ ਕੇ ਸੇਵਾ ਕਰਨੀ ਚਾਹੀਦੀ ਹੈ। ਚਲੋ ਅੱਜ ਤਾਂ ਸਮਾਂ ਕਲਯੁਗ ਦਾ ਹੈ, ਤੇ ਪੁਰਾਣੇ ਬਜ਼ੁਰਗ ਮੈਨੂੰ ਦੱਸਦੇ ਹੁੰਦੇ ਸੀ, ਸਾਧ ਸੰਗਤ ਜਦੋਂ ਘਰੇ ਪਿਤਾ ਜੀ ਦੱਸਦੇ ਹੁੰਦੇ ਆ ਕਿ ਸਾਡੇ ਵੇਲੇ, ਭਾਵ ਕਿ ਸਾਡੇ ਸਮਿਆਂ ਵੇਲੇ ਜਦੋਂ ਸਾਧ ਸੰਗਤ ਜੀ ਘਰੇ ਕੋਈ ਮੰਗਤਾ ਆ ਜਾਂਦਾ ਹੁੰਦਾ ਨਾ, ਉਦੋਂ ਖੁਸ਼ੀ ਚੜ੍ਹ ਜਾਂਦੀ ਸੀ ਵੀ ਸਾਡੇ ਘਰ ਮੰਗਤਾ ਆਇਆ, ਭਾਵ ਸਾਥੋਂ ਦਾਨ ਲੈ ਕੇ ਜਾਏਗਾ। ਇਉਂ ਸਾਧ ਸੰਗਤ ਜੀ ਉਸ ਵੇਲੇ ਲੋਕਾਂ ਦੀ ਸੋਚ ਇਦਾਂ ਦੀ ਸੀ, ਕਹਿ ਲੋ ਵੀ ਬੜੇ ਚੰਗੇ ਸਨ ਸਾਧ ਸੰਗਤ ਜੀ ਲੋਕ। ਅੱਜ ਕਲਯੁਗ ਦਾ ਜਿੰਨਾ ਪ੍ਰਭਾਵ, ਦਿਨੋਂ ਦਿਨ ਕਲਯੁਗ ਜਵਾਨ ਹੋ ਰਿਹਾ ਸਾਧ ਸੰਗਤ ਜੀ, ਦਿਨੋਂ ਦਿਨ ਕਲਯੁਗ ਜਵਾਨ ਹੋ ਰਿਹਾ। ਇਸੇ ਕਲਯੁਗ ਦਾ ਪ੍ਰਭਾਵ ਪੈ ਰਿਹਾ ਭਾਈ। ਉਹ ਸਮਿਆਂ ਦੀ ਗੱਲ ਹੈ, ਹੁਣ ਪੁਰਾਣੇ ਚਲੋ ਬਜ਼ੁਰਗ ਵੀ ਬੈਠੇ ਐ, ਉਦੋਂ ਸਾਧ ਸੰਗਤ ਜੀ ਦੇਖੋ ਦਇਆ ਕਰਕੇ, ਤਰਸ ਕਰਕੇ ਦਾਨ ਦਿੱਤਾ ਜਾਂਦਾ ਸੀ। ਤੇ ਗੁਰਬਾਣੀ ਇਹੀ ਕਹਿੰਦੀ ਹੈ ਕਿ ਜਿਹੜਾ ਧਰਮ ਹੈ ਦਇਆ ਦਾ ਪੁੱਤਰ ਹੈ। ਜੇ ਦਇਆ ਨਹੀਂ ਹੈ ਤਾਂ ਧਰਮ ਕਿੱਥੋਂ ਆਵੇਗਾ। ਸਾਧ ਸੰਗਤ ਜੀ ਜੀ ਦਇਆ ਪ੍ਰਵਾਨ, ਮਰਦ ਸੱਚੇ ਪਾਤਸ਼ਾਹ ਦੱਸਦੇ ਕਿ ਸਾਰਿਆਂ ਤੇ ਦਇਆ ਕਰਨੀ ਗੁਰੂ ਨੂੰ ਪ੍ਰਵਾਨ ਹੈ। ਇਸੇ ਕਰਕੇ ਗੁਰਮੁਖੋ ਉਹ ਮਹਾਤਮਾ ਨੇ ਦੂਜਾ ਫਿਰ ਬਚਨ ਕੀਤਾ ਕਿ ਮੈਂ ਤੇਰੇ ਦਰਬਾਰ ਤੇ ਆਇਆ ਰਾਜਨ, ਮੈਨੂੰ ਦਾਨ ਦੇ।
ਉਹ ਸਾਧ ਸੰਗਤ ਜੀ ਕਹਿੰਦਾ, ਹੇ ਮਹਾਤਮਾ ਜੀ, ਹੁਣ ਮੈਂ ਦਾਨ ਦੇ ਚੁੱਕਾ, ਮੈਂ ਕਿੱਥੋਂ ਜਾਊਂਗਾ? ਘੌਲ ਕਰ ਗਿਆ ਸਾਧ ਸੰਗਤ ਜੀ। ਤੇ ਫੇਰ ਤੀਜੀ ਵਾਰ ਆਖਿਆ। ਮਹਾਤਮਾ ਕਹਿਣ ਲੱਗੇ, ਰਾਜਨ ਮੈਂ ਇਹ ਦਰਬਾਰ ਤੇ ਆਇਆ, ਦਰ ਤੇ ਆਇਆ, ਮੈਨੂੰ ਦਾਨ ਦੇ। ਇਹ ਗੁੱਸੇ ਦੇ ਨਾਲ ਕਹਿਣ ਲੱਗਿਆ, ਮਹਾਤਮਾ ਜੀ ਕੱਲ ਨੂੰ ਆ ਜਿਓ, ਅੱਜ ਨਹੀਂ ਮਿਲਣਾ। ਤੇ ਸਾਧ ਸੰਗਤ ਜੀ ਮਹਾਤਮਾ ਜੀ ਕਹਿਣ ਲੱਗੇ, ਹੇ ਰਾਜਨ, ਮੈਂ ਇੱਕ ਵਾਰ ਹੀ ਇੱਕ ਦਿਨ ਚਾਹੁੰਦਾ ਆ, ਮੈਂ ਫੇਰ ਨਹੀਂ ਆਉਂਦਾ ਉਹ ਘਰ। ਇਹ ਕਹਿਣ ਲੱਗੇ ਸਾਧ ਸੰਗਤ ਜੀ, ਰਾਜਾ ਕਹਿੰਦਾ, ਚੰਗਾ ਮਹਾਤਮਾ ਜੀ, ਫਿਰ ਇਉਂ ਹੈ, ਮੇਰੇ ਕੋਲ ਆ ਘੋੜਿਆਂ ਦੀ ਲਿੱਦੀ ਹੈ, ਬੁੱਕ ਭਰ ਕੇ ਸਾਧ ਸੰਗਤ ਜੀ ਉਹਦੀ ਝੋਲੀ ਪਾ ਦਿੱਤਾ। ਮਹਾਤਮਾ ਕਹਿਣ ਲੱਗੇ, ਠੀਕ ਹੈ ਰਾਜਨ, ਜਿਹੜਾ ਵੀ ਕੁਝ ਮੈਨੂੰ ਦਿੰਦਾ ਤੇ ਮੇਰਾ ਵੀ ਅਸੂਲ ਹੈ, ਮੇਰਾ ਵੀ ਨਿਯਮ ਹੈ ਇੱਕ, ਤੇ ਮੇਰਾ ਨਿਯਮ ਇਹ ਹੈ ਕਿ ਜਿਹੜਾ ਵੀ ਕੋਈ ਦਾਨ ਦੇਵੇ ਨਾ ਮੈਨੂੰ, ਤੇ ਮੈਂ ਇਹੀ ਕਹਿਣਾ ਆ, ਮਹਾਰਾਜ, ਹੇ ਵਾਹਿਗੁਰੂ ਜੀ, ਪਰਮੇਸ਼ਰ ਜੀ, ਇਹਦਾ ਦਿੱਤਾ ਹੋਇਆ ਦਾਨ 10 ਗੁਣਾ ਵਧੇ ਤੇ ਫੁੱਲੇ। ਇਸੇ ਕਰਕੇ ਆ ਤੂੰ ਮੈਨੂੰ ਘੋੜਿਆਂ ਦੀ ਲਿੱਦ ਚੱਕ ਕੇ ਝੋਲੀ ਪਾਤੀ ਐ, ਇਹ ਹੁਣ ਤੇਰਾ ਦਿੱਤਾ ਹੋਇਆ ਦਾਨ 10 ਗੁਣਾ ਵਧੇ ਫੁੱਲੇ। ਤੂੰ ਮੈਨੂੰ ਦਿੱਤਾ ਤੇ ਮਹਾਰਾਜ ਤੈਨੂੰ ਵੀ ਦੇਣ। ਸਾਧ ਸੰਗਤ ਜੀ ਇਸੇ ਕਰਕੇ ਮਹਾਤਮਾ ਤਿਉਂ ਕਹਿ ਕੇ ਚਲੇ ਗਏ। ਉਹ ਝੋਲੀ ਸੀ ਜਿਹੜੀ ਸਾਧ ਸੰਗਤ ਜੀ ਲਿੱਦ ਦੀ ਭਰੀ ਹੋਈ, ਆਪਣੀ ਕੁਟੀਆ ਦੇ ਬਾਹਰ ਹੀ ਛੱਡ ਦਿੱਤੀ। ਸਾਧ ਸੰਗਤ ਜੀ ਫਿਰ ਮਹਾਤਮਾ ਆਪਣੀ ਸਮਾਧੀ ਵਿੱਚ ਲੀਨ ਹੋ ਗਏ। ਸਾਧ ਸੰਗਤ ਜੀ ਜਦੋਂ ਕੁਝ ਸਮਾਂ ਹੋਇਆ, ਕਿਤੇ ਮਹਾਤਮਾ ਘੋੜੇ ਤੇ ਚੜ੍ਹ ਕੇ, ਵਾਹਿਗੁਰੂ ਰਾਜਨ ਘੋੜੇ ਤੇ ਚੜ੍ਹ ਕੇ ਜੰਗਲ ਵਿੱਚ ਆਇਆ ਸ਼ਿਕਾਰ ਖੇਡਣ ਵਾਸਤੇ। ਉਹਨੇ ਵੇਖਿਆ ਵੀ ਨਾ ਇੱਥੇ ਕੋਈ ਜਾਨਵਰ ਰਹਿੰਦਾ ਹੈ, ਨਾ ਕੁਝ ਹੋਰ, ਘੋੜੇ ਦੀ ਬੜੀ ਲੱਦ ਪਈ ਹੈ। ਇਹ ਸਾਧ ਸੰਗਤ ਜੀ ਜਦੋਂ ਰਾਜੇ ਨੇ ਕੁਟੀਆ ਵੇਖੀ ਨਾ, ਇਹ ਘੋੜੇ ਤੋਂ ਉਤਰ ਕੇ ਨਾ ਕੁਟੀਆ ਵੱਲ ਚਲਿਆ ਗਿਆ। ਸਾਰੀ ਕਥਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ, ਰਾਮਕਲੀ ਰਾਗ 'ਚ। ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਰਾਮਕਲੀ ਦੀ ਵਾਰ 'ਚ ਸਾਰੀ ਕਥਾ ਦੱਸਦੇ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਦੋਂ ਰਾਜਨ ਭਾਈ ਘੋੜੇ ਤੋਂ ਉਤਰਿਆ ਨਾ, ਉਹਨੇ ਵੇਖਿਆ ਵਿੱਡਾ ਢੇਰ ਲੱਗਿਆ ਹੋਇਆ ਲਿੱਦ ਦਾ। ਇਹ ਸਾਧ ਸੰਗਤ ਜੀ ਕੁਟੀਆ ਵੇਖੀ, ਕੁਟੀਆ 'ਚ ਚਲਿਆ ਗਿਆ। ਉੱਥੇ ਮਹਾਤਮਾ ਜੀ ਬ੍ਰਹਮਲੀਨ ਸਨ, ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਵਿੱਚ ਮਸਤ ਸਨ। ਫਿਰ ਸਾਧ ਸੰਗਤ ਜੀ ਜਦੋਂ ਵੇਖਿਆ ਕਿ ਉਹੀ ਰਾਜਾ, ਇਹ ਰਾਜੇ ਨੇ ਵੇਖਿਆ ਵੀ ਉਹੀ ਮਹਾਤਮਾ ਹੈ। ਇਹ ਕਹਿਣ ਲੱਗਿਆ, ਮਹਾਰਾਜ ਜੀ ਆਹ ਘੋੜੇ ਦੀ ਲਿੱਦ ਕਾਹਦੇ ਵਾਸਤੇ ਇਕੱਠੀ ਕੀਤੀ ਹੈ? ਤੇ ਸਾਧ ਸੰਗਤ ਜੀ ਮਹਾਤਮਾ ਨੇ ਆਖਿਆ, ਰਾਜਨ ਇਹ ਇਕੱਠੀ ਨਹੀਂ ਕੀਤੀ, ਤੇਰੀ ਹੋਈ ਦਿੱਤੀ ਹੋਈ ਹੈ। ਇਉਂ ਜਦੋਂ ਮਹਾਤਮਾ ਨੇ ਸਾਧ ਸੰਗਤ ਜੀ ਬਚਨ ਕੀਤਾ ਨਾ, ਰਾਜਾ ਤੇ ਸਾਧ ਸੰਗਤ ਜੀ ਉਸ ਵੇਲੇ ਡਾਂਗੀ ਰਹਿ ਗਿਆ, ਚੁੱਪੀ ਕਰ ਗਿਆ। ਸਾਧ ਸੰਗਤ ਜੀ ਕੋਈ ਬੋਲ ਹੀ ਨਹੀਂ ਬੋਲ ਸਕਿਆ। ਫਿਰ ਰਾਜੇ ਨੇ ਪੁੱਛਿਆ, ਮਹਾਰਾਜ ਮੇਰੀ ਦਿੱਤੀ ਹੋਈ ਹੈ ਇਹ ਲਿੱਦ? ਤੇ ਉਹ ਮਹਾਤਮਾ ਕਹਿਣ ਲੱਗੇ, ਹਾਂ ਰਾਜਨ, ਤੂੰ ਭੁੱਲ ਗਿਆ ਏ, ਤੇਰਾ ਦਿੱਤਾ ਹੋਇਆ ਦਾਨ ਹੀ ਹੈ ਇਹ। ਇਸੇ ਕਰਕੇ ਇਹ ਹੁਣ ਮੈਂ ਆਖਿਆ ਸੀ ਵਧੇ ਫੁੱਲੇ 10 ਗੁਣਾ, ਇਹ ਹੁਣ ਵੱਧ ਫੁੱਲ ਰਿਹਾ ਦਿਨੋਂ ਦਿਨ। ਤੇ ਸਾਧ ਸੰਗਤ ਜੀ ਜਦੋਂ ਫਿਰ ਇਉਂ ਰਾਜਾ ਚਰਨੀ ਡਿੱਗ ਗਿਆ, ਮਹਾਰਾਜ ਮੇਰੇ ਤੋਂ ਬੜੀ ਭੁੱਲ ਹੋ ਗਈ, ਤੁਸੀਂ ਮਹਾਤਮਾ ਹੋ, ਬ੍ਰਹਮ ਗਿਆਨੀ ਹੋ, ਤੁਸੀਂ ਬਖਸ਼ ਸਕਦੇ ਹੋ, ਦੱਸੋ ਮੈਂ ਕੀ ਕਰਾਂ? ਫਿਰ ਮਹਾਤਮਾ ਨੇ ਆਖਿਆ, ਫਿਰ ਇਦਾਂ ਕਰ, ਨਿੰਦਿਆ ਕਰਵਾ ਸਾਰਿਆਂ ਤੋਂ ਆਪਣੀ। ਜਿਹੜੇ ਜਿਹੜੇ ਨਿੰਦਿਆ ਕਰਦੇ ਆ ਨਾ, ਮਹਾਰਾਜ ਕਹਿੰਦੇ ਉਹ ਗਾਂਦੀ ਖਾਂਦੇ ਆ। ਇਹਦਾ ਭਾਵ ਇਹ ਹੈ, ਉਹ ਮਹਾਤਮਾ ਕਹਿਣ ਲੱਗੇ, ਰਾਜਨ ਫਿਰ ਤੂੰ ਨਿੰਦਿਆ ਕਰਾ ਸਾਰਿਆਂ ਤੋਂ। ਜਦੋਂ ਸਾਰੇ ਲੋਕ ਤੇਰੀ ਨਿੰਦਿਆ ਕਰਨਗੇ ਨਾ, ਫਿਰ ਸਾਧ ਸੰਗਤ ਜੀ ਮਹਾਤਮਾ ਕਹਿਣ ਲੱਗੇ, ਉਹ ਤੇਰਾ ਦਿੱਤਾ ਹੋਇਆ ਦਾਨ ਇਹ ਫਿਰ ਖਤਮ ਹੋਈ ਜਾਊਗਾ। ਇਹ ਜਿਹੜੀ ਲਿੱਦ ਹੈ ਨਾ, ਫਿਰ ਖਤਮ ਹੋਈ ਜਾਊਗੀ। ਕਿਉਂਕਿ ਜਿਹੜੇ ਨਿੰਦਿਆ ਕਰਦੇ ਐ ਉਹ ਸਾਧ ਸੰਗਤ ਜੀ ਗੰਦ ਖਾਂਦੇ ਐ, ਆਪਣੇ ਸਿਰ ਤੇ ਭਾਰ ਲੈ ਲੈਂਦੇ। ਜਿਵੇਂ ਪੰਜਵੇਂ ਪਾਤਸ਼ਾਹ ਦੱਸਦੇ ਆ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਅੰਤਰ ਲੋਭ ਫਿਰੈ ਹਲਕਾਏ, ਨਿੰਦਾ ਕਰਹਿ ਸਿਰ ਭਾਰ ਉਠਾਏ। ਇਸੇ ਕਰਕੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਉਹ ਦੱਸਦੇ ਐ। ਫਿਰ ਰਾਜੇ ਨੇ ਕੀ ਕੀਤਾ, ਸਾਧ ਸੰਗਤ ਜੀ ਇੱਕ ਭੇਖ ਬਣਾ ਲਿਆ, ਸ਼ਰਾਬੀਆਂ ਦੀ ਹਾਲਤ ਬਣਾ ਲਈ। ਨੌਜਵਾਨ ਲੜਕੀ ਨੂੰ ਆਖਿਆ ਵੀ ਚੱਲ ਤੂੰ ਮੇਰੀ ਧੀ ਐ, ਪਰ ਮੈਂ ਨਾ ਇੱਕ ਕਾਰਜ ਕਰਨਾ, ਤੂੰ ਮੇਰਾ ਸਾਥ ਦੇਵੇਂਗੀ? ਉਹ ਲੜਕੀ ਕਹਿੰਦੀ, ਰਾਜਨ ਜੇ ਤੂੰ ਧੀ ਕਹਿ ਦਿੱਤਾ, ਪੁੱਤਰੀ ਵੀ ਕਹਿ ਦਿੱਤਾ ਤਾਂ ਕੋਈ ਗੱਲ ਨਹੀਂ, ਮੈਂ ਵੀ, ਤੂੰ ਮੇਰਾ ਪਿਤਾ ਲੱਗਿਆ, ਫਿਰ ਮੈਂ ਤੇਰੀ ਸਹਾਇਤਾ ਕਰੂੰਗੀ। ਇਉਂ ਸਾਧ ਸੰਗਤ ਜੀ ਉਹਨਾਂ ਨੇ ਇਉਂ ਬਚਨ ਕਰ ਲਿਆ। ਫਿਰ ਸਾਧ ਸੰਗਤ ਜੀ ਕੀ ਹੋਇਆ, ਲੋਕਾਂ ਦੇ ਸਾਹਮਣੇ ਨਾ ਰਾਜ ਦਰਬਾਰ ਵਿੱਚ ਸ਼ਰਾਬੀਆਂ ਦੀ ਹਾਲਤ ਵਾਂਗ ਉੱਪਰ ਸ਼ਰਾਬ ਛੜਕ ਲਈ। ਸਾਧ ਸੰਗਤ ਜੀ ਕੱਪੜਿਆਂ ਤੇ ਥੋੜੇ ਜਿਹੇ ਕੱਪੜੇ ਪਾੜ ਲਏ, ਇਉਂ ਸਿਰਜਾ ਖਿਲਾਰ ਲਿਆ, ਬਾਹ ਫੜੀ ਜਾਵੇ ਨੌਜਵਾਨ ਲੜਕੀ ਦੀ। ਹੁਣ ਸਾਧ ਸੰਗਤ ਜੀ ਜਿਹੜੇ ਲੋਕ ਹੁੰਦੇ, ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਗੱਲ ਕੀ ਹੁੰਦੀ ਹੈ। ਬਸ ਸਾਧ ਸੰਗਤ ਜੀ ਹਵਾ ਨੂੰ ਗੰਢਾਂ ਦੇਣੀਆਂ ਜਾਣੀਆਂ ਹੁੰਦੀਆਂ ਇਹਨਾਂ ਨੇ। ਸਾਧ ਸੰਗਤ ਜੀ ਜਾਂ ਹਵਾ 'ਚ ਡਾਂਗ ਮਾਰੀ ਜਾਣੀ ਹੈ, ਵੀ ਮਤਲਬ ਨਹੀਂ ਹੁੰਦਾ ਕਿਸੇ ਗੱਲ ਦਾ, ਵੀ ਪਤਾ ਨਹੀਂ ਹੁੰਦਾ, ਸੱਚਾਈ ਤੋਂ ਮੁਨਕਰ ਹੁੰਦੇ ਹੈ। ਸਾਰੇ ਲੋਕ ਕਹਿਣ ਵੀ ਰਾਜੇ ਨੂੰ ਪਤਾ ਨਹੀਂ ਕੀ ਹੋ ਗਿਆ।
ਰਾਜੇ ਨੂੰ ਕੋਈ ਪਤਾ ਨਹੀਂ ਕੀ ਹੋ ਗਿਆ। ਸਾਧ ਸੰਗਤ ਜੀ ਜਦੋਂ ਲੋਕ ਨਿੰਦਿਆ ਕਰਨ ਲੱਗੇ ਨਾ, ਬੜਾ ਭੈੜਾ ਰਾਜਾ ਹੈ, ਨੌਜਵਾਨ ਲੜਕੀ ਦੀ ਬਾਂਹ ਫੜ ਲਈ ਹੈ, ਇਸੇ ਕਰਕੇ ਨਿੰਦਿਆ ਕਰਨ ਲੱਗ ਗਏ। ਮਹਾਂਪੁਰਖਾਂ ਦੇ ਬਚਨਾਂ ਦੇ ਅਨੁਸਾਰ ਉਹ ਲਿੱਦ ਸਾਧ ਸੰਗਤ ਜੀ ਘਟਣੀ ਸ਼ੁਰੂ ਹੋ ਗਈ। ਇਸੇ ਕਰਕੇ ਸਾਧ ਸੰਗਤ ਜਦੋਂ ਘਟਣੀ ਸ਼ੁਰੂ ਹੋ ਗਈ ਨਾ, ਇਉਂ ਜਦੋਂ ਸਾਰੇ ਲੋਕ ਨਿੰਦਿਆ ਕਰਨ, ਘਰਾਂ ਘਰ ਵਿੱਚ ਚੱਲ ਕੇ ਸਾਧ ਸੰਗਤ ਜੀ ਗੱਲ ਚੱਲਣੀ ਸ਼ੁਰੂ ਹੋ ਗਈ ਵੀ ਰਾਜਾ ਬੜਾ ਮਾੜਾ, ਰਾਜਾ ਬੜਾ ਮਾੜਾ ਏ। ਇਸੇ ਕਰਕੇ ਨਿੰਦਿਆ ਕਰ ਕਰਕੇ ਲਿੱਦ ਸੀ ਸਾਧ ਸੰਗਤ ਜੀ ਉਹ ਖਤਮ ਹੋਣੀ ਸ਼ੁਰੂ ਹੋ ਗਈ। ਫਿਰ ਗੁਰਮੁਖੋ ਜਦੋਂ ਥੋੜਾ ਜਿਹਾ ਬਾਕੀ ਰਹਿ ਗਿਆ ਨਾ, ਰਾਜਾ ਫੇਰ ਆ ਗਿਆ ਮਹਾਤਮਾ ਕੋਲ। ਇਹ ਮਹਾਤਮਾ ਜੀ, ਇਹ ਹੁਣ ਲਿੱਦ ਦਾ ਜਿਹੜਾ ਢੇਰ ਸੀ ਇਹ ਤੇ ਖਤਮ ਹੋ ਗਿਆ, ਆ ਬੁਕਲੀ ਭਾਵ ਬੋਕੀ ਰਹਿ ਗਿਆ, ਇਹ ਕਿਵੇਂ ਖਤਮ ਹੋ ਸਕੇ? ਫਿਰ ਸਾਧ ਸੰਗਤ ਜੀ ਮਹਾਤਮਾ ਕਹਿਣ ਲੱਗੇ ਇਹ ਤੇਰਾ ਮੂਲ ਬਾਕੀ ਹੈ, ਜਿਹੜਾ ਦਿੱਤਾ ਹੋਇਆ ਦਾਨ, ਇਹ ਬਾਕੀ ਰਹਿ ਗਿਆ। ਕਹਿੰਦੇ ਮਹਾਤਮਾ ਜੀ ਫਿਰ ਵੀ ਤੁਸੀਂ ਦਇਆ ਕਰੋ, ਇਹ ਕਿਵੇਂ ਖਤਮ ਕਰਾਂ? ਤੇ ਮਹਾਤਮਾ ਕਹਿਣ ਲੱਗੇ ਕੋਈ ਬ੍ਰਹਮ ਗਿਆਨੀ ਹੋਵੇ ਤੇਰੀ ਹਾਮੀ ਭਰ ਦਵੇ, ਭਾਵ ਹਾਂ ਕਰ ਦਵੇ ਕਿਸੇ ਵੀ ਤਰੀਕੇ ਨਾਲ, ਫਿਰ ਇਹ ਤੇਰਾ ਇਹ ਵੀ ਖਤਮ ਹੋ ਜਾਊਗਾ, ਨਹੀਂ ਤੈਨੂੰ ਖਾਣੀ ਪਊਗੀ। ਮਹਾਰਾਜ ਕਹਿੰਦੇ ਫਿਰ ਸਾਧ ਸੰਗਤ ਜੀ ਰਾਜਾ ਨਾ ਇੱਕ ਨਗਰ ਵਿੱਚ ਚਲਿਆ ਆਇਆ। ਉਸ ਨਗਰ ਵਿੱਚ ਇੱਕ ਤੇਲੀਆਂ ਦਾ ਮੁੰਡਾ ਰਹਿੰਦਾ ਸੀ, ਪਰ ਹੈ ਬ੍ਰਹਮ ਗਿਆਨੀ ਸੀ। ਸਾਧ ਸੰਗਤ ਹੈ ਮਹਾਤਮਾ ਸੀ, ਨਾਮ ਜਪਣ ਵਾਲਾ ਅਭਿਆਸੀ ਸੀ। ਸਾਧ ਸੰਗਤ ਜੀ ਜਿਵੇਂ ਭਗਤ ਕਬੀਰ ਜੀ ਖੱਡੀ ਬੁਣਦੇ ਆ ਨਾ, ਇਉਂ ਤੇਲੀ ਸੀ ਸਾਧ ਸੰਗਤ ਜੀ ਇਹ ਜਾਤ ਦਾ। ਇਸੇ ਹੈ ਮਹਾਤਮਾ ਸੀ ਪੂਰਾ। ਇਹ ਸਾਧ ਸੰਗਤ ਜੀ ਭੇਖ ਜਾ ਨਾ ਬਦਲ ਕੇ ਰਾਜਾ ਚਲਿਆ ਗਿਆ ਤੇਲੀ ਕੋਲੇ। ਹੋਰ ਤੇਲੀ ਜੀ ਠੀਕ ਹੋ? ਤੇ ਕਹਿੰਦਾ ਜੀ ਹਾਂ ਮੈਂ ਠੀਕ ਹਾਂ। ਆ ਕਹਿੰਦਾ ਰਾਜੇ ਨੇ ਬੜਾ ਮਾੜਾ ਕੰਮ ਕੀਤਾ। ਤੇਲੀ ਕਹਿੰਦਾ ਵੀ ਗੱਲ ਸੁਣ ਰਾਜੇ, ਆ ਸਬਜ਼ੀ ਮੰਡੀ ਇਹ ਤੂੰ ਇਹ ਜਿਹੜਾ ਚੱਕੀ ਫਿਰਦਾ ਨਾ ਆਪਣਾ ਸਾਰਾ ਇਹ, ਮਹਾਰਾਜ ਕਹਿੰਦੇ ਉਹ ਮਹਾਤਮਾ ਕਹਿਣ ਲੱਗੇ ਅੱਜ ਨਿੰਦਿਆ ਕਰਦਾ ਫਿਰਦਾ ਨਾ ਮੇਰੇ ਕੋਲ, ਆ ਸਮਾਨ ਕਿਤੇ ਹੋਰ ਮੰਡੀ 'ਚ ਜਾ ਕੇ ਵੇਚੀ, ਇੱਥੇ ਨਹੀਂ ਤੇਰਾ ਇਹ ਚੱਲਣਾ ਕਹਿੰਦੀ। ਫਿਰ ਸਾਧ ਸੰਗਤ ਜੀ ਉਹਨੂੰ ਪਤਾ ਲੱਗ ਗਿਆ ਮਹਾਤਮਾ, ਕਿਉਂਕਿ ਅੰਤਰਜਾਮੀ ਸਨ, ਜਾਣ ਲਿਆ ਰਾਜਾ ਤੇ ਇਹੀ ਹੈ। ਫਿਰ ਸਾਧ ਸੰਗਤ ਜੀ ਨਿੰਦਿਆ ਨਹੀਂ ਕੀਤੀ, ਭਾਵ ਕਿ ਹੰਗਾਰਾ ਨਹੀਂ ਭਰਿਆ। ਫਿਰ ਸਾਧ ਸੰਗਤ ਜੀ ਫਿਰ ਰਾਜੇ ਕੋਲ ਆ ਗਿਆ, ਮਹਾਤਮਾ ਜੀ ਉਸਨੇ ਤੇ ਹਾਮੀ ਭਰੀ ਨਹੀਂ ਹੈ। ਫਿਰ ਮਹਾਤਮਾ ਕਹਿੰਦੇ ਫਿਰ ਰਾਜੇ ਇਉਂ ਕਰ, ਇਹਨੂੰ ਸੁਕਾ ਲੈ, ਕੱਪੜ ਛਾਣ ਕਰ ਲੈ, ਰੋਟੀ ਨਾਲ ਖਾ ਲਿਆ ਕਰੀ। ਮਹਾਰਾਜ ਦੱਸਦੇ ਐ ਫਿਰ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਅਜੈ ਸੋ ਰਾਜਾ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਇਸੇ ਕਰਕੇ ਗੁਰਮੁਖੋ ਮੇਰਾ ਕਹਿਣ ਦਾ ਭਾਵ ਇਹ ਹੈ, ਇਹੋ ਜਿਹਾ ਕਰਮ ਮਾੜਾ ਕਦੀ ਨਹੀਂ ਕਰਨਾ ਚਾਹੀਦਾ ਮਹਾਤਮਾ ਗੁਰਮੁਖਾਂ ਦੇ ਨਾਲ। ਜਿਹੜੇ ਸਾਧ ਸੰਗਤ ਜੀ ਸਤਿਗੁਰੂ ਜੀ ਦੱਸਦੇ ਨੇ ਲੋਕ ਨਿੰਦਿਆ ਕਰਦੇ ਫਿਰਦੇ ਆ ਸਾਧੂਆਂ ਦੀ, ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਹੀ ਉਹਨਾਂ ਨੂੰ ਪਾਪ ਫਲ ਭੋਗਣਾ ਪਊਗਾ। ਸਾਧ ਸੰਗਤ ਜੀ ਉਹ ਦੱਸਦੇ ਨੇ, ਫਿਰ ਪੜੋ ਜੀ ਪੰਕਤੀ। ਸਾਧਕ ਨਿੰਦਕ ਕੈਸੇ ਤਰੈ। ਸਾਧ ਸੰਗਤ ਜੀ ਭਗਤ ਰਵਿਦਾਸ ਮਹਾਰਾਜ ਕਹਿੰਦੇ ਸਾਧੂ ਦਾ ਨਿੰਦਕ ਕੈਸੇ ਤਰੈ, ਕਿਵੇਂ ਤਰ ਸਕਦਾ? ਤਰ ਨਹੀਂ ਸਕਦਾ ਸਾਧ ਸੰਗਤ ਜੀ ਜਿਹੜਾ ਸਾਧੂ ਦੀ ਨਿੰਦਿਆ ਕਰੇ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰੇ। ਇਸੇ ਕਰਕੇ ਗੁਰਮੁਖੋ ਇਉਂ ਆਪਣੀ ਜੀਵ ਗੰਦੀ ਕਰਦੇ ਰਹਿੰਦੇ ਐ। ਇਉਂ ਦੱਸਦੇ ਹਨ ਸਰ ਪਰ ਜਾਨੋ ਨਰਕ ਹੀ ਪਰੈ। ਦੇਖੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ 875 ਅੰਗ ਤੇ, ਮਹਾਰਾਜ ਕਹਿੰਦੇ ਸਰ ਪਰ ਜਾਨੋ ਨਰਕ ਹੀ ਪਰੈ। ਉਹ ਭਾਈ ਜਿੱਡਾ ਮਰਜੀ ਜਪੀ ਤਪੀ ਹੋਵੇ, ਜਿੱਥੋਂ ਤੱਕ ਮਰਜੀ ਉਹ ਕਰਮ ਕਰ ਲਵੇ, ਸਾਧੂ ਦੀ ਨਿੰਦਿਆ ਕਰਤੀ, ਸਾਧੂ ਵਿੱਚ ਦੋਸ਼ ਕੱਢ ਦਿੱਤਾ, ਉਹ ਭਾਈ ਉਹ ਨਰਕਾਂ ਵਿੱਚ ਹੀ ਪਊਗਾ। ਮਹਾਰਾਜ ਕਹਿੰਦੇ ਪੰਕਤੀ ਫਿਰ ਪੜੋ ਜੀ। ਸਰ ਪਰ ਜਾਨੋ ਨਰਕ ਹੀ ਪਰੈ। ਦੀਨ ਦੁਨੀਆ ਦੇ ਸਤਿਗੁਰੂ ਜੀ ਕਹਿੰਦੇ ਭਾਈ ਸਰ ਪਰ ਜਾਨੋ, ਜ਼ਰੂਰ ਨਿਸ਼ਚੈ ਕਰਕੇ ਜਾਣ ਲਓ, ਨਿਸ਼ਚੈ ਕਰਕੇ ਵਿਸ਼ਵਾਸ ਕਰਕੇ ਜਾਣ ਲਓ। ਸਰ ਪਰ ਦਾ ਭਾਵ ਹੈ ਨਿਸ਼ਚੈ ਕਰਕੇ ਜਾਣੋ। ਸੱਚੇ ਪਾਤਸ਼ਾਹ ਕਹਿੰਦੇ ਹਨ ਸਰ ਪਰ ਜਾਨੋ ਨਰਕ ਹੀ ਪਰੈ। ਉਹ ਭਾਈ ਪੁਰਖ ਨਰਕਾਂ 'ਚ ਹੀ ਡਿੱਗੂਗਾ ਜਿਸ ਨੇ ਰੱਬ ਦੇ ਪਿਆਰਿਆਂ ਸੰਤਾਂ ਦੀ ਮਹਾਤਮਾ ਦੀ ਨਿੰਦਿਆ ਕਰ ਦਿੱਤੀ। ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਬਚਨ ਉਚਾਰਦੇ ਹਨ ਜੇ ਉਹ ਗ੍ਰਹਿਣ ਕਰੇ ਕੁਲ ਖੇਤ। ਹਾਂ ਹੁਣ ਫਿਰ ਧਿਆਨ ਦਿਓ, ਮਹਾਰਾਜ ਦੱਸਦੇ ਐ, ਭਗਤ ਜੀ ਕਹਿੰਦੇ ਗੁਰਮੁਖੋ ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਕੁਲ ਖੇਤ ਕੁਰਕਸ਼ੇਤਰ ਦੀ ਧਰਤੀ ਤੇ। ਹੁਣ ਧਿਆਨ ਦਿਓ ਥੋੜਾ ਜਿਹਾ ਇੱਥੇ, ਸੂਰਜ ਗ੍ਰਹਿਣ ਦੇ ਸਮੇਂ ਨਾ ਬਹੁਤਾ ਪੁੰਨਦਾਨ, ਸੂਰਜ ਗ੍ਰਹਿਣ ਨੂੰ ਕਈ ਲੋਕ ਚੰਗਾ ਮੰਨਦੇ ਐ। ਬ੍ਰਾਹਮਣ ਲੋਕ ਸਾਧ ਸੰਗਤ ਜੀ ਹਿੰਦੂ ਮਤ ਵਾਲੇ ਜਿਹੜੇ ਵੀਰ ਨੇ, ਹਿੰਦੂ ਧਰਮ ਸੂਰਜ ਗ੍ਰਹਿਣ ਨੂੰ ਬਹੁਤ ਚੰਗਾ ਮੰਨਦਾ। ਉਹ ਸਾਧ ਸੰਗਤ ਜੀ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਦਾਨ ਪੁੰਨ ਕਰਦੇ ਐ, ਤੇ ਉਹ ਕਹਿੰਦੇ ਐ ਕਿ ਜਿਹੜਾ ਸੂਰਜ ਗ੍ਰਹਿਣ ਦੇ ਸਮੇਂ ਦਾਨ ਪੁੰਨ ਕਰੇ ਨਾ,
ਬਹੁਤਾ ਹੀ ਫਲ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਭਗਤ ਰਵਿਦਾਸ ਮਹਾਰਾਜ ਕਹਿੰਦੇ ਵੇਖੋ, ਜੇ ਉਹ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਗ੍ਰਹਿਣ ਨਾਮ ਗ੍ਰਹਿਣ ਦਾ ਹੈ, ਸੂਰਜ ਗ੍ਰਹਿਣ ਦੇ ਸਮੇਂ ਦਾਨ ਪੁੰਨ ਕਰੇ, ਮਹਾਰਾਜ ਕਹਿੰਦੇ ਬ੍ਰਾਹਮਣਾਂ ਨੂੰ ਦਾਨ ਦੇਵੇ, ਗਰੀਬਾਂ ਨੂੰ ਦਾਨ ਦੇਵੇ, ਨੰਗਿਆਂ ਨੂੰ ਕੱਪੜਾ ਦੇਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਕੋਈ ਕਾਰਜ ਕਰੇ। ਫਿਰ ਪੜੋ ਜੀ, ਜੇ ਉਹ ਗ੍ਰਹਿਣ ਕਰੇ ਕੁਲ ਖੇਤ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਲ ਖੇਤ, ਕੁਰਕਸ਼ੇਤਰ ਦੀ ਧਰਤੀ ਤੇ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ, ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉੱਥੇ ਜਾ ਕੇ ਸੂਰਜ ਗ੍ਰਹਿਣ ਦੇ ਸਮੇਂ ਕੋਈ ਦਾਨ ਪੁੰਨ ਵੀ ਕਰ ਲਵੇ। ਅਰਪੈ ਨਾਰ ਸਿੰਗਾਰ ਸਮੇਤ। ਮਹਾਰਾਜ ਕਹਿੰਦੇ ਦਾਨ ਪੁੰਨ ਦੀ ਗੱਲ ਛੱਡੋ, ਆਪਣੀ ਘਰ ਵਾਲੀ ਪਤਨੀ ਸਾਧ ਸੰਗਤ ਜੀ ਉਹਦਾ ਹਾਰ ਸ਼ਿੰਗਾਰ ਕਰਕੇ ਕਿਸੇ ਨੂੰ ਉਹ ਵੀ ਦਾਨ ਕਰ ਦਵੇ। ਦੇਖੋ ਮਹਾਰਾਜ ਕਹਿੰਦੇ ਏਡਾ ਵੀ ਕੋਈ ਕਿਸੇ ਦਾ ਜੇਰਾ ਹੋਵੇ, ਜਿਗਰਾ ਹੋਵੇ, ਆਪਣੀ ਘਰ ਵਾਲੀ ਪਤਨੀ ਮਹਾਰਾਜ ਕਹਿੰਦੇ ਅਰਪੈ ਨਾਰ ਸਿੰਗਾਰ ਸਮੇਤ, ਹਾਰ ਸ਼ਿੰਗਾਰ ਕਰਾ ਕੇ, ਭਾਵ ਸੋਨਾ ਚਾਂਦੀ ਪਹਿਨਾ ਕੇ ਕਿਸੇ ਦੀ ਦਾਸੀ ਬਣਾ ਦੇਵੇ, ਕਿਸੇ ਨੂੰ ਅਰਪਣ ਕਰ ਦੇਵੇ। ਮਹਾਰਾਜ ਕਹਿੰਦੇ ਇਹ ਵੀ ਕੋਈ ਦਾਨ ਕਰ ਲਵੇ। ਸਗਲੀ ਸਿਮਰਤ ਸਰਵਣੀ ਸੁਣੈ। ਸਤਿਗੁਰੂ ਜੀ ਕਹਿੰਦੇ ਸਗਲੀ ਭਾਵ ਸਾਰੀ ਸਿਮਰਤੀਆਂ, ਦੇਖੋ 27 ਸਿਮਰਤੀਆਂ ਨੇ, 18 ਪੁਰਾਣ ਹੈ, 6 ਸ਼ਾਸਤਰ ਹੈ, 4 ਵੇਦ ਹੈ। ਮਹਾਰਾਜ ਕਹਿੰਦੇ ਜੇ ਕੋਈ ਸਾਰਿਆਂ ਦਾ ਗਿਆਨ ਵੀ ਸੁਣ ਲਵੇ, ਦੇਖੋ ਸਾਧ ਸੰਗਤ ਜੀ ਐਡਾ ਵੱਡਾ ਗਿਆਨੀ ਹੋ ਜੇ ਕਿ ਇਹ 18 ਪੁਰਾਣ, 6 ਸ਼ਾਸਤਰ, 4 ਵੇਦ, 27 ਸਿਮਰਤੀਆਂ ਦੁਨੀਆ ਦੇ ਧਾਰਮਿਕ ਗ੍ਰੰਥ ਨੂੰ ਸੁਣ ਲਵੇ, ਕਿਉਂਕਿ ਸੁਣਨ ਦਾ ਬਹੁਤਾ ਫਲ ਹੈ। ਸਾਧ ਸੰਗਤ ਜੀ ਗੁਰਮੁਖੋ, ਆਪ ਕਥਾ ਸੁਣਨ ਵਾਸਤੇ ਆਏ ਹੋ, ਗੁਰਬਾਣੀ ਵਿੱਚ ਬਚਨ ਆਉਂਦਾ ਹੈ। ਸਾਧ ਸੰਗਤ ਜੀ ਇੱਕ ਮਹਾਤਮਾ ਬਚਨ ਕਰਦੇ ਹੈ, ਕਹਿੰਦੇ ਸਾਧ ਨਿਕਟ ਚੱਲ ਜਾਤ ਹੀ ਸੋ ਫਲ ਪਗ ਪਗ ਹੋਤ। ਸਾਧੂ ਦੀ ਜਾ ਕੇ ਕਥਾ ਸੁਣਨੀ। ਸਾਧ ਸੰਗਤ ਜੀ ਜਿੰਨੇ ਪੈਰ ਘਰੋਂ ਚੱਲ ਕੇ ਆਏ ਉਹਨੇ ਪੈਰ ਦਾ ਫਲ ਸਤਿਗੁਰੂ ਜੀ ਦਿੰਦੇ ਐ। ਇਹ ਸਾਧ ਸੰਗਤ ਜੀ ਗ੍ਰੰਥਾਂ ਵਿੱਚ ਲਿਖਿਆ ਹੋਇਆ ਬਚਨ ਹੈ। ਸਾਧ ਨਿਕਟ ਚੱਲ ਜਾਤ ਹੀ, ਸਾਧੂ ਕੋਲ ਜਾ ਕੇ ਸਾਧ ਸੰਗਤ ਜੀ ਜਦੋਂ ਜੇ ਕੋਈ ਜਾ ਕੇ ਰੱਬ ਦੀ ਉਸਤਤੀ ਸੁਣੇ, ਉਹ ਪੈਰ ਦਾ ਫਲ ਉਸ ਗੁਰਮੁਖ ਪਿਆਰੀ ਨੂੰ ਪ੍ਰਾਪਤ ਹੁੰਦਾ। ਫਿਰ ਪੰਕਤੀ ਪੜੋ ਜੀ, ਸਗਲੀ ਸਿਮਰਤ ਸਰਵਣੀ ਸੁਣੈ। ਮਹਾਰਾਜ ਕਹਿੰਦੇ ਜੇ ਕੋਈ ਇਹ ਸਾਰੀਆਂ ਵੇਦਾਂ, ਸ਼ਾਸਤਰਾਂ, ਗ੍ਰੰਥਾਂ, ਧਾਰਮਿਕ ਗ੍ਰੰਥਾਂ ਨੂੰ ਸੁਣ ਲਵੇ, ਕਰੈ ਨਿੰਦ ਕਵਣੇ ਨਹੀਂ ਗੁਣੈ। ਮਾੜੀ ਜੀ ਕਿਸੇ ਦੀ ਨਿੰਦਿਆ ਕਰਤੀ ਕੋਈ ਫਲ ਪ੍ਰਾਪਤ ਨਹੀਂ ਹੋਵੇਗਾ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਵੇਖੋ, ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਸੂਰਜ ਗ੍ਰਹਿਣ ਦੇ ਸਮੇਂ ਪੁੰਨ ਦਾਨ ਵੀ ਕਰੇ, ਆਪਣੀ ਘਰ ਵਾਲੀ ਦੇ ਹਾਰ ਸ਼ਿੰਗਾਰ ਕਰਕੇ ਕਿਸੇ ਨੂੰ ਭੇਟ ਕਰ ਦਵੇ। ਫਿਰ ਮਹਾਰਾਜ ਕਹਿੰਦੇ 4 ਵੇਦ ਨੇ, 27 ਸਿਮਰਤੀਆਂ, 18 ਪੁਰਾਣ, ਇਹ ਜੋ ਧਾਰਮਿਕ ਗ੍ਰੰਥ ਨੇ, ਸਾਧ ਸੰਗਤ ਜੀ ਇਹਨੂੰ ਪੜ੍ਹੇ ਸੁਣੇ। ਪਰ ਜੇ ਇੰਨਾ ਕੁਝ ਕਰਕੇ ਵੀ ਕੋਈ ਨਿੰਦਿਆ ਕਰੇ, ਸੱਚੇ ਪਾਤਸ਼ਾਹ ਦੱਸਦੇ ਨੇ, ਫਿਰ ਪੜੋ ਜੀ, ਕਰੈ ਨਿੰਦ ਕਵਣੇ ਨਹੀਂ ਗੁਣੈ। ਮਹਾਰਾਜ ਕਹਿੰਦੇ ਜੇ ਕੋਈ ਰੱਬ ਦੇ ਪਿਆਰਿਆਂ ਦੀ ਸਤ ਸੰਗਤ, ਸਾਧੂਆਂ ਦੀ ਸਤ ਸੰਗਤ ਕਰਕੇ ਵੀ ਜੇ ਕੋਈ ਨਿੰਦਿਆ ਕਰੇ, ਮਹਾਰਾਜ ਕਹਿੰਦੇ ਕੋਈ ਫਲ ਪ੍ਰਾਪਤ ਨਹੀਂ ਹੋਵੇਗਾ। ਸਾਧ ਸੰਗਤ ਜੀ ਕਵਣੈ ਨਹੀਂ ਗੁਣੈ ਭਾਵ ਕੋਈ ਲੇਖੇ ਚ ਨਹੀਂ ਪਾਏਗਾ। ਇਉਂ ਦੱਸਦੇ ਹਨ, ਜੇ ਉਹ ਅਣਕ ਪ੍ਰਸਾਦ ਕਰਾਵੈ। ਸਾਧ ਸੰਗਤ ਜੀ ਮਹਾਰਾਜ ਪੂਰਨ ਬ੍ਰਹਮ ਗਿਆਨੀ ਭਗਤ ਰਵਿਦਾਸ ਜੀ ਆਪਣੇ ਮੁਖਾਰ ਬਿੰਦ ਤੋਂ ਅਮੋਲਕ ਬਚਨ ਉਚਾਰਦੇ ਐ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਦੇ ਨੇ, ਫਿਰ ਪੜੋ ਜੀ, ਜੇ ਉਹ ਅਣਕ ਪ੍ਰਸਾਦ ਕਰਾਵੈ। ਮਹਾਰਾਜ ਕਹਿੰਦੇ ਹੋਰ ਸੁਣੋ। ਫਿਰ ਭਾਈ ਜਦੋਂ ਸਾਧ ਸੰਗਤ ਜੀ ਇਹ ਭਗਤ ਰਵਿਦਾਸ ਜੀ ਮਹਾਰਾਜ ਕੋਲ ਬੈਠੇ, ਜਿਹੜੇ ਗੁਰਮੁਖ ਪਿਆਰੇ ਸਨ, ਚੇਲੇ ਸਨ, ਸਿੱਖ ਸਨ, ਕਹਿੰਦੇ ਮਹਾਰਾਜ ਹੋਰ ਦੱਸੋ, ਜੇ ਕੋਈ ਹੋਰ ਵੀ ਕੋਈ ਕਰਮ ਕਰੇ ਤਾਂ ਮਹਾਰਾਜ ਫਿਰ ਬਚਨ ਉਚਾਰਦੇ ਹਨ, ਜੇ ਉਹ ਅਣਕ ਪ੍ਰਸਾਦ ਕਰਾਵੈ। ਇੰਨੀ ਉਹਦੇ ਕੋਲ ਮਾਇਆ ਹੋਵੇ, ਸੱਚੇ ਪਾਤਸ਼ਾਹ ਕਹਿੰਦੇ ਭਾਈ ਅਨਕ ਪ੍ਰਸਾਦ ਕਰਾਵੇ, 36 ਪ੍ਰਕਾਰ ਦੇ ਅਨੇਕਾਂ ਪ੍ਰਸਾਦ ਵੀ ਕਰਾਵੇ। ਭਾਵ ਦੁਨੀਆ ਨੂੰ ਜਗ ਕਰਕੇ, ਸਾਧ ਸੰਗਤ ਜੀ ਦੁਨੀਆ ਨੂੰ ਜਗ ਕਰਕੇ ਭੋਜਨ ਪਾਣੀ ਛਕਾਵੇ, 36 ਪ੍ਰਕਾਰ ਦਾ ਭੋਜਨ ਛਕਾਵੇ। ਜਿਵੇਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਹੈ ਕਿ ਜਿਹੜੇ ਦਾਨ ਪੁੰਨ ਕਰਦੇ ਉਹਨਾਂ ਨੂੰ ਬਹੁਤਾ ਫਲ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਜੇ ਕੋਈ ਮਾਇਆ ਕਰਕੇ ਬਹੁਤਾ ਦਾਨ ਪੁੰਨ ਕਰੇ, ਭੋਜਨ ਪਾਣੀ, ਸੱਚੇ ਪਾਤਸ਼ਾਹ ਜੀ ਕਹਿੰਦੇ ਜਗ ਕਰੇ, ਇਸੇ ਕਰਕੇ ਕਈ ਸਾਲ ਵੀ ਜਗ ਚਲਾ ਦਵੇ। ਇਹ ਵੀ ਜੇ ਕੋਈ ਕਰਮ ਕਰ ਲਵੇ।
ਭੂਮ ਦਾਨ ਸੋਭਾ ਮੰਡਪ ਪਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੂਮ ਦਾਨ, ਭੂਮ ਨਾਮ ਜ਼ਮੀਨ ਦਾ ਹੈ। ਸਾਧ ਸੰਗਤ ਜੀ, ਭੂਮ ਦਾਨ ਸੋਭਾ ਮੰਡਪ ਪਾਵੈ। ਮਹਾਰਾਜ ਕਹਿੰਦੇ ਸੋਭਾ ਪਾਉਣ ਵਾਲਾ ਮੰਡਪ, ਮੰਡਪ ਕਿਹਨੂੰ ਆਖਿਆ? ਘਰ ਨੂੰ। ਸਤਿਗੁਰੂ ਜੀ ਕਹਿੰਦੇ ਭੂਮ ਦਾਨ, ਜ਼ਮੀਨ ਵੀ ਦਾਨ ਕਰ ਦਵੇ, ਐਡਾ ਵੀ ਜੇ ਕੋਈ ਜਿਗਰਾ ਕਰ ਲਵੇ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਸੋਭਾ ਮੰਡਪ ਪਾਵੈ। ਫਿਰ ਆਪਣਾ ਸੋਭਾ ਪਾਉਣ ਵਾਲਾ ਘਰ ਭਾਵ ਮਹਿਲ ਕੋਠੀ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵੀ ਜੇ ਕੋਈ ਪਾਉਣਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਕੋਈ ਭੂਮ ਦਾਨ ਭਾਵ ਕੇ ਇਹ ਜਿਹੜੀ ਜ਼ਮੀਨ ਹੈ ਇਹ ਵੀ ਸਾਧ ਸੰਗਤ ਜੀ ਦਾਨ ਕਰ ਦਵੇ, ਲੋਕਾਂ ਵਿੱਚ ਬੜੀ ਸੋਭਾ ਪਾਵੇ। ਸਾਧ ਸੰਗਤ ਜੀ ਭੂਮੀ ਇਹ ਜਿਹੜੀ ਸਾਧ ਸੰਗਤ ਜੀ ਮਹਿਲ ਹੈ, ਕੋਠੀਆਂ ਨੇ, ਇਹ ਵੀ ਜੇ ਕੋਈ ਦਾਨ ਕਰ ਦਵੇ। ਆਪਣਾ ਵਿਗਾਰ ਵੀਰਾਨਾ ਸਾਂਢੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਸੁਣੋ ਭਾਈ, ਫਿਰ ਆਪਣਾ ਵਿਗਾਰ ਵੀਰਾਨਾ ਸਾਂਢੈ। ਵੀਰਾਨਾ ਭਾਵ ਬਗਾਨਾ, ਬੇਗਾਨੇ ਦਾ ਕਾਰਜ ਸਵਾਰੇ, ਆਪਣਾ ਭਾਵੇਂ ਵਿਗੜ ਜੇ। ਇਹ ਐਡਾ ਵੀ ਜੇ ਕੋਈ ਪਰਉਪਕਾਰ ਕਰੇ। ਦੇਖੋ ਪਰਉਪਕਾਰ ਕਰਨਾ ਚੰਗੀ ਬਾਤ ਹੈ ਨਾ, ਦਇਆ ਕਰਨੀ, ਤਰਸ ਕਰਕੇ ਪਰਉਪਕਾਰ ਕਰਨਾ ਸਾਧ ਸੰਗਤ ਜੀ ਇਹ ਸਿੱਖਾਂ ਦਾ ਫਰਜ਼ ਹੈ, ਸਾਰਿਆਂ ਦਾ ਫਰਜ਼ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਬਹੁਤ ਵਾਰ ਆਖਿਆ ਕਿ ਗੁਰਸਿੱਖੋ ਪਰਉਪਕਾਰ ਕਰਨਾ। ਸਾਧ ਸੰਗਤ ਜੀ ਗੁਰੂ ਸਾਹਿਬ ਦੱਸਦੇ ਐ ਕਿ ਜੇ ਕੋਈ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਕਾਰਜ ਵਿਗੜ ਜਾਵੇ, ਆਪਣਾ ਕਾਰਜ ਨਾ ਕਰੇ, ਦੂਜਿਆਂ ਦਾ ਕਾਰਜ ਕਰੇ, ਦੂਜਿਆਂ ਦਾ ਕਾਰਜ ਸਵਾਰੇ। ਸਾਧ ਸੰਗਤ ਜੀ ਜੇ ਕੋਈ ਇਹ ਵੀ ਕਰਮ ਕਰ ਲਵੇ, ਫਿਰ ਪੜੋ ਜੀ ਆਪਣਾ ਵਿਗਾਰ ਵੀਰਾਨਾ ਸਾਂਢੈ। ਜੇ ਕੋਈ ਭਾਈ ਆਪਣਾ ਕਾਰਜ ਵਿਗਾੜ ਲਵੇ, ਆਪਣਾ ਕਾਰਜ ਨਾ ਹੀ ਕਰੇ, ਦੂਜਿਆਂ ਦੇ ਕਾਰਜ ਨੂੰ ਸਿੱਧ ਕਰਦਾ ਫਿਰੇ, ਦੂਜਿਆਂ ਦੇ ਪਰਉਪਕਾਰ ਵਾਸਤੇ ਸਾਧ ਸੰਗਤ ਜੀ ਮਾਇਆ ਵੀ ਅਰਪਣ ਕਰ ਦਵੇ, ਦੂਜਿਆਂ ਦਾ ਕਾਰਜ ਸਿੱਧ ਕਰਨ ਵਾਸਤੇ ਸਾਰਾ ਕੁਝ ਇਹ ਵੀ ਕਰ ਲਵੇ, ਕਰੇ ਨਿੰਦਬੋ ਜੂਨੀ ਹੰਢੈ। ਬਸ ਜਿੱਦੇ ਨਿੰਦਿਆ ਹੋ ਗਈ। ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਵਿਅਰਥ ਹੈ, ਸਾਰਾ ਕੁਝ ਹੀ ਵਿਅਰਥ ਹੈ। ਮਹਾਰਾਜ ਕਹਿੰਦੇ ਜੋਨੀ ਹੰਡ ਹੈ, ਉਹ ਸਾਧ ਸੰਗਤ ਜੀ ਜੂਨੀਆਂ 'ਚ ਹੀ ਜਾਵੇਗਾ। ਸਾਧ ਸੰਗਤ ਜੀ ਉਹ ਜੂਨੀਆਂ 'ਚ ਹੀ ਭਟਕਦਾ ਫਿਰੇਗਾ। ਜੇ ਕਿਸੇ ਮਹਾਤਮਾ ਰੱਬ ਦੇ ਪਿਆਰੇ ਦੀ ਸਾਧ ਸੰਗਤ ਜੀ ਨਿੰਦਿਆ ਕਰ ਦਿੱਤੀ, ਸਤਿਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਰਾ ਕਾਰਜ ਕਰ ਲਵੇ, ਤੀਰਥਾਂ ਤੇ ਨਹਾਵੇ। ਮਹਾਰਾਜ ਕਹਿੰਦੇ ਮੂਰਤੀ ਪੂਜਾ ਵੀ ਕਰੇ, ਖੂਹ ਵੀ ਲਾਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕੁਰਕਸ਼ੇਤਰ ਦੀ ਧਰਤੀ ਤੇ ਜਾ ਕੇ ਸੂਰਜ ਗ੍ਰਹਿਣ ਦੇ ਸਮੇਂ ਦਾਨ ਪੁੰਨ ਵੀ ਕਰੇ, ਆਪਣੀ ਘਰਵਾਲੀ ਵੀ ਅਰਪਣ ਕਰ ਦਵੇ ਕਿਸੇ ਨੂੰ। ਸਾਧ ਸੰਗਤ ਜੀ ਫਿਰ 27 ਸਿਮਰਤੀਆਂ, 18 ਪ੍ਰਾਣ, 4 ਵੇਦਾਂ ਦੀ ਕਥਾ ਵੀ ਸੁਣੇ। ਫਿਰ ਸਾਧ ਸੰਗਤ ਜੀ ਆਪਣਾ ਕਾਰਜ ਵੀ ਵਿਗਾੜ ਦਵੇ, ਹੋਰਾਂ ਦੇ ਕਾਰਜ ਸਿੱਧ ਕਰੇ। ਇਹ ਵੀ ਜੇ ਕੋਈ ਪਰਉਪਕਾਰ ਕਰੇ, ਪਰ ਜੇ ਨਿੰਦਿਆ ਹੋ ਗਈ ਸਾਧੂ ਦੀ, ਸਾਰਾ ਕੁਝ ਹੀ ਵਿਅਰਥ ਹੋ ਗਿਆ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੱਸਦੇ ਨੇ, ਫਿਰ ਪੜੋ ਜੀ ਕਰੇ ਨਿੰਦਬੋ ਜੂਨੀ ਹੰਢੈ। ਮਹਾਰਾਜ ਕਹਿੰਦੇ ਨਿੰਦਿਆ ਕਰੀ ਨਾ, ਜੇ ਕਿਸੇ ਦੀ ਨਿੰਦਿਆ ਕਰ ਦਿੱਤੀ ਰਸਨਾ ਦੇ ਨਾਲ, ਮਹਾਰਾਜ ਕਹਿੰਦੇ ਨਿੰਦਿਆ ਸੁਣ ਲਈ ਕੰਨਾਂ ਦੇ ਨਾਲ, ਤਾਂ ਸਤਿਗੁਰੂ ਜੀ ਦੱਸਦੇ ਐ ਬਹੁਤ ਜੂਨੀ ਹੰਢ ਹੈ, ਬਹੁਤ ਜੂਨੀਆਂ ਹਟਾਉਂਦਾ ਫਿਰੇਗਾ। ਬਹੁ ਨਾਮ ਬਹੁਤ ਦਾ ਬਹੁ ਵਚਨ ਹੈ ਸਾਧ ਸੰਗਤ ਜੀ, ਕੋਈ ਪਤਾ ਨਹੀਂ ਕਿੰਨੇ ਕੁ, ਬਹੁਤ ਜੂਨੀ ਹੰਢ ਹੈ। ਸਾਧ ਸੰਗਤ ਜੀ ਬਹੁਤ ਜੂਨੀਆਂ ਹੰਢ ਦਾ ਹਟਾਉਂਦਾ ਫਿਰੇਗਾ। ਇਉਂ ਦੱਸਦੇ ਨੇ ਗੁਰਮੁਖੋ, ਨਿੰਦਾ ਕਹਾਂ ਕਰੋ ਸੰਸਾਰਾ। ਸੱਚੇ ਪਾਤਸ਼ਾਹ ਦੱਸਦੇ ਨੇ ਭਾਈ, ਹੇ ਜਗਤ ਦੇ ਲੋਕੋ ਕਿਉਂ ਨਿੰਦਿਆ ਕਰਦੇ ਹੋ ਤੁਸੀਂ। ਸਾਧ ਸੰਗਤ ਜੀ ਮਹਾਰਾਜ ਦੱਸ ਰਹੇ ਨੇ ਸਾਨੂੰ। ਇਸੇ ਕਰਕੇ ਗੁਰਮੁਖੋ ਤੁਸੀਂ ਹੁਣ ਮੇਰੀ ਇਹ ਕਥਾ ਸੁਣਦੇ ਹੋ, ਅੱਗੇ ਵੀ ਤੁਸੀਂ ਕਥਾ ਸੁਣੀ ਹੋ ਸਾਧ ਸੰਗਤ ਜੀ, ਤੇ ਸਤਿਗੁਰੂ ਜੀ ਵੀ ਉਪਦੇਸ਼ ਬਖਸ਼ਦੇ ਆ, ਤੁਸੀਂ ਬਾਣੀ ਪੜ੍ਹਦੇ ਹੋ, ਸੁਣਦੇ ਹੋ, ਕਿਉਂ ਫਿਰ ਨਿੰਦਿਆ ਕਰਦੇ ਹੋ ਸਾਧ ਸੰਗਤ ਜੀ। ਕਿਉਂ ਨਿੰਦਿਆ ਕਰਕੇ ਆਪਣਾ ਸਾਰਾ ਪੁੰਨ ਦਾਨ ਕੀਤਾ, ਭਜਨ ਬੰਦ ਕੀਤੀ, ਸਾਧ ਸੰਗਤ ਜੀ ਵਿਗਾੜ ਰਹੇ ਹੋ। ਕਿਉਂ ਮਸਾਂ ਤੇ ਭਜਨ ਬੰਦਗੀ ਕਰੀਦੀ ਹੈ, 2 ਘੰਟੇ ਲਾਉਂਦਾ, ਕੋਈ 4 ਘੰਟੇ ਲਾਉਂਦਾ, ਸਾਧ ਸੰਗਤ ਜੀ ਕੋਈ 5 ਘੰਟੇ ਲਾਉਂਦਾ ਆ। ਦਾਨ ਪੁੰਨ ਵੀ ਕਰਦਾ, ਪਰਉਪਕਾਰ ਵੀ ਕਰਦਾ, ਕੋਈ ਚੰਗਾ ਸੁਭਾਅ ਵੀ ਹੈ ਕਿਸੇ ਦਾ, ਪਰ ਜੇ ਨਿੰਦਿਆ ਕਰ ਦਿੱਤੀ, ਇਉਂ ਸਮਝ ਲਓ ਵੀ ਦੁੱਧ ਵਿੱਚ ਖੱਟਾ ਹੀ ਪਾ ਦਿੱਤਾ, ਦੁੱਧ ਵਿੱਚ ਸਵਾਹ ਹੀ ਪਾ ਦਿੱਤੀ। ਇਉਂ ਜਾਣ ਲਵੋ ਸਾਧ ਸੰਗਤ ਜੀ ਵੀ ਕਿਸੇ ਅਰਥ ਨਹੀਂ ਆਇਆ। ਇਸੇ ਕਰਕੇ ਧਿਆਨ ਦੇਣਾ ਚਾਹੀਦਾ। ਕਲਯੁਗ ਦਾ ਸਮਾਂ ਗੁਰਮੁਖੋ ਮਸਾਂ ਤੇ ਬੰਦਗੀ ਹੁੰਦੀ ਹੈ, ਬਹਾਨੇ ਸਾਧ ਸੰਗਤ ਜੀ ਮਸਾਂ ਹੀ ਬੰਦਗੀ ਕੋਈ ਕਰਦਾ ਆ, ਕਿਉਂਕਿ ਆਖਣ ਔਖਾ ਸਾਚਾ ਨਾਉ, ਰੱਬ ਦਾ ਨਾਮ ਲੈਣਾ ਔਖਾ ਹੈ ਨਾ। ਇਸੇ ਕਰਕੇ ਹੈ ਤੇ ਔਖਾ ਕਲਯੁਗ ਦੇ ਸਮੇਂ ਵਿੱਚ, ਪਰ ਸਾਧ ਸੰਗਤ ਜੀ ਕਿਉਂ ਨਿੰਦਿਆ ਕਰਕੇ ਆਪਣਾ ਜੀਵਨ ਵਿਗਾੜਦੇ ਹੋ,
ਕਿਉਂ ਨਿੰਦਿਆ ਕਰਕੇ ਸਾਰਾ ਕੁਝ ਭਜਨ ਬੰਦਗੀ ਸਭ ਵਿਅਰਥ ਚਲੀ ਜਾਂਦੀ, ਕਿਉਂ ਇਹ ਕਰਮ ਕਰਦੇ ਆ? ਇਸੇ ਕਰਕੇ ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਨੇ, ਫਿਰ ਪੰਗਤੀ ਪੜੋ ਜੀ। ਨਿੰਦਾ ਕਹਾਂ ਕਰੋ ਸੰਸਾਰਾ। ਮਹਾਰਾਜ ਸੱਚੇ ਪਾਤਸ਼ਾਹ ਭਗਤ ਰਵਿਦਾਸ ਕਹਿੰਦੇ, ਇਹ ਲੋਕੋ ਜਗਤ ਦੇ ਜੀਵੋ ਕਾਹਦੇ ਵਾਸਤੇ ਨਿੰਦਿਆ ਕਰਦੇ ਹੋ? ਮਹਾਰਾਜ ਕਹਿੰਦੇ, ਕਿਉਂ ਨਿੰਦਿਆ ਕਰਦੇ ਹੋ ਤੁਸੀਂ? ਨਿੰਦਕ ਕਾ ਪ੍ਰਗਟ ਪਹਾਰਾ। ਹਾਂ, ਨਿੰਦਕ ਪੁਰਖ ਦਾ ਪਾਗ ਉੱਜੜ ਜਾਂਦਾ। ਪਾਜ ਸਾਧ ਸੰਗਤ ਜੀ, ਕੋਈ ਨਿੰਦਿਆ ਕਰੇ ਨਾ ਕਿਸੇ ਗੁਰਮੁਖ ਰੱਬ ਦੇ ਪਿਆਰੇ ਸੰਤ ਦੀ, ਦੁਨੀਆ ਕਹਿੰਦੀ ਇਹ ਉਹਦਾ ਨਿੰਦਕ ਹੈ, ਇਹਨੇ ਉਹ ਮਹਾਤਮਾ ਰੱਬ ਦੇ ਪਿਆਰੇ ਦੀ ਨਿੰਦਿਆ ਕੀਤੀ ਸੀ। ਲੋਕ ਆਏ ਕਹਿੰਦੇ ਆ ਸਾਧ ਸੰਗਤ ਜੀ, ਗੁਰੂ ਜੀ ਨੇ ਐਵੇਂ ਨਹੀਂ ਆਖਿਆ, ਨਿੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ। ਸਾਧ ਸੰਗਤ ਜੀ, ਦੁਨੀਆ ਵੀ ਕਹਿੰਦੀ ਏ ਉਹ ਮਹਾਤਮਾ ਦੀ ਨਿੰਦਿਆ ਕਰਨ ਵਾਲਾ ਦੇਖ ਹੁਣ ਕਿਵੇਂ ਬਿਮਾਰੀ ਨਾਲ ਲੜ ਰਹੇ ਆ। ਸਾਧ ਸੰਗਤ ਜੀ, ਭਗਤ ਰਵਿਦਾਸ ਮਹਾਰਾਜ ਜੀ 7 ਬਚਨ ਉਚਾਰਨ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੱਸਦੇ ਆ। ਫਿਰ ਪੜੋ ਜੀ। ਨਿੰਦਕ ਕਾ ਪ੍ਰਗਟ ਪਹਾਰਾ। ਮਹਾਰਾਜ ਕਹਿੰਦੇ, ਨਿੰਦਿਆ ਕਰਨ ਵਾਲੇ ਪੁਰਖ ਦਾ ਪਾਜ ਉੱਗੜ ਜਾਂਦਾ ਆ। ਨਿੰਦਕ ਸੱਚੇ ਪਾਤਸ਼ਾਹ ਜੀ ਕਹਿੰਦੇ, ਨਿੰਦਕ ਐਸੇ ਹੀ ਝਰ ਪਰੀ ਹੈ। ਨਿੰਦਕ ਐਵੇਂ ਝਗੜਦੇ ਰਹਿੰਦੇ ਆ ਸਾਧ ਸੰਗਤ ਜੀ। ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਹਰ ਜਨ ਸੋ ਬਾਦ ਉਠਰੀਐ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਬਿਲਾਵਲ ਰਾਗ 'ਚ ਬਚਨ ਉਚਾਰਨ ਕਰਦੇ ਆ। ਕਿਤੇ ਬਿਲਾਵਲ ਰਾਗ ਨੂੰ ਪੜ੍ਹਿਓ ਗੁਰਮੁਖੋ। ਮਹਾਰਾਜ ਕਹਿੰਦੇ, ਨਿੰਦਕ ਪ੍ਰਭੂ ਭੁਲਾਇਆ, ਕਾਲ ਨੇੜੇ ਆਇਆ, ਹਰ ਜਨ ਸੋ ਬਾਦ ਉਠਰੀਐ। ਮਹਾਰਾਜ ਕਹਿੰਦੇ, ਰੱਬ ਦੇ ਪਿਆਰਿਆਂ ਨਾਲ ਹੀ ਝਗੜਦੇ ਰਹਿੰਦੇ ਐ, ਵਾਦ ਵਿਵਾਦ ਕਰਦੇ ਰਹਿੰਦੇ ਐ, ਉਹ ਪ੍ਰਭੂ ਨੂੰ ਭੁਲਾ ਦਿੰਦੇ ਐ। ਸਾਧ ਸੰਗਤ ਜੀ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਪ੍ਰਭੂ ਦੀ ਕਲਾ ਨੂੰ ਨਹੀਂ ਸਮਝਦੇ, ਰੱਬ ਦੀਆਂ ਕਰਾਮਾਤਾਂ ਨੂੰ ਨਹੀਂ ਜਾਣਦੇ। ਇਸੇ ਕਰਕੇ ਤੇ ਨਿੰਦਿਆ ਕਰਦੇ ਰਹਿੰਦੇ ਅਗਿਆਨਤਾ ਦੇ ਹੀਨ ਅਵਸ ਹੋ ਕੇ। ਸਮਝਾ ਵੀ ਦਵੋਗੇ ਨਾ ਪਰ ਮਜਬੂਰ ਹੁੰਦੇ ਐ। ਉਬਾਲਾ ਮਾਰਦਾ ਅੰਦਰੋਂ ਵੀ, ਨਿੰਦਿਆ ਕਿਹਦੀ ਕਰੀਏ ਅੱਜ? ਅੱਛਾ, ਜੇ ਕੋਈ ਮਿਲੇ ਨਾ ਨਿੰਦਿਆ ਕਰਨ ਨੂੰ, ਫਿਰ ਸਾਧ ਸੰਗਤ ਜੀ ਚਾਹੇ ਸਾਲ ਪੁਰਾਣੀ 2 ਸਾਲ ਪੁਰਾਣੀ ਗੱਲ ਹੋਵੇ, ਉਹਨੂੰ ਵੀ ਛੇੜ ਕੇ ਬਹਿ ਜਾਣਗੇ। ਕਿਉਂਕਿ ਉਬਾਲਾ ਮਾਰਦਾ ਅੰਦਰੋਂ ਮਨ ਕਹਿੰਦਾ, ਮਨਾ ਨਿੰਦਿਆ ਕਰ, ਖੁਰਾਕ ਨਹੀਂ ਮਿਲਦੀ ਤੈਨੂੰ। ਇਸੇ ਕਰਕੇ ਸਾਧ ਸੰਗਤ ਜੀ, ਇਹ ਨਿੰਦਿਆ ਕਰਨ ਤੇ ਸੁਣਨ ਵਾਲੇ ਜਿਹੜੇ ਹੁੰਦੇ ਐ, ਇਹ ਸਾਧ ਸੰਗਤ ਜੀ ਬੜੀ ਸਵਾਦ ਦੇ ਨਾਲ, ਚੇਸ਼ਟਾ ਦੇ ਨਾਲ ਨਿੰਦਿਆ ਕਰਦੇ ਐ। ਇਸੇ ਕਰਕੇ ਸੱਚੇ ਪਾਤਸ਼ਾਹ ਦੱਸਦੇ ਨੇ, ਫਿਰ ਪੜੋ ਜੀ। ਨਿੰਦਕ ਕਾ ਪ੍ਰਗਟ ਪਹਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਿੰਦਕ ਦਾ ਪਾਜ ਉੱਗੜ ਜਾਂਦਾ ਆ ਭਾਈ। ਨਿੰਦਕ ਕਾ ਪ੍ਰਗਟ ਪਹਾਰਾ। ਦੁਨੀਆ ਦੇ ਵਿੱਚ ਨਿੰਦਕ ਪ੍ਰਗਟ ਹੋ ਜਾਂਦਾ। ਜਿਨ੍ਹਾਂ ਨੇ ਵੀ ਨਿੰਦਿਆ ਕੀਤੀ ਨਾ, ਸਭ ਪ੍ਰਗਟ ਹੋਏ ਨੇ। ਜਿਨ੍ਹਾਂ ਨੇ ਸਤਿਗੁਰਾਂ ਦੀ ਨਿੰਦਿਆ ਕੀਤੀ, ਉਹ ਵੀ ਪ੍ਰਗਟ ਹੋਏ। ਜਿਨ੍ਹਾਂ ਨੇ ਰੱਬ ਦੇ ਮਹਾਤਮਾ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕੀਤੀ, ਉਹ ਵੀ ਦੁਨੀਆ ਤੇ ਪ੍ਰਗਟ ਹੋਏ ਨੇ ਗੁਰਮੁਖੋ। ਕਿਉਂਕਿ ਰੱਬ ਦੇ ਪਿਆਰੇ ਕਿਸੇ ਨੂੰ ਕੁਝ ਨਹੀਂ ਕਹਿੰਦੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਆਪਣਾ ਗੁਣ ਨਹੀਂ ਗਵਾਉਂਦੇ ਉਹ ਸਾਧ ਸੰਗਤ ਜੀ। ਇਉਂ ਕਹਿ ਦਿੰਦੇ, ਚੱਲ ਕੋਈ ਗੱਲ ਨਹੀਂ, ਅਕਾਲ ਪੁਰਖ ਜੀ ਵੇਖਦੇ ਐ। ਫਿਰ ਵਾਹਿਗੁਰੂ ਇੱਕ ਦਿਨ ਇਨਸਾਫ ਕਰਦਾ ਹੀ ਐ। ਗਰੀਬਾਂ ਉੱਪਰ ਜੈ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੇ ਸਾੜੀ, ਪੂਰਾ ਨਿਆਉ ਕਰੇ ਕਰਤਾਰ, ਦਾਸ ਆਪਣੇ ਕੋ ਰਾਖਣ ਹਾਰ। ਪੰਜਵੇਂ ਪਾਤਸ਼ਾਹ ਜੀ ਦਾ ਗੌੜੀ ਰਾਗ 'ਚ ਬਚਨ ਆਉਂਦਾ ਆ ਭਾਈ। ਮਹਾਰਾਜ ਕਹਿੰਦੇ, ਜਿਹੜਾ ਗਰੀਬਾਂ ਦੇ ਉੱਪਰ, ਭਾਵ ਰੱਬ ਦੇ ਪਿਆਰਿਆਂ ਦੇ ਉੱਪਰ ਜਿਹੜੇ ਵਿਚਾਰੇ ਕੁਝ ਨਹੀਂ ਕਹਿੰਦੇ, ਸਾਧ ਸੰਗਤ ਜੀ, ਉਹਨਾਂ ਦੀ ਦਾੜੀ ਖਿੱਚ ਕੇ ਨਿੰਦਿਆ ਕਰਦਾ ਨਾ, ਹੰਕਾਰ ਦੇ ਸਹਿਤ ਹੋ ਕੇ, ਸਵਾਦ ਲੈ ਕੇ ਨਿੰਦਿਆ ਕਰਦੇ ਐ। ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਜੀ ਕਹਿੰਦੇ, ਗਰੀਬਾਂ ਉੱਪਰ ਜੈ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੇ ਸਾੜੀ। ਸਤਿਗੁਰੂ ਜੀ ਕਹਿੰਦੇ, ਭਾਈ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਉਹ ਸੱਚੇ ਪਾਤਸ਼ਾਹ ਹੰਕਾਰ ਦੀ ਅਗਨੀ 'ਚ ਸਾੜਦੇ ਆ, ਪ੍ਰਤੱਖ ਅਗਨੀ 'ਚ ਵੀ ਸਾੜਦੇ ਆ। ਉਹ ਸਾਧ ਸੰਗਤ ਜੀ ਅੰਦਰ ਈਰਖਾ ਦੀ ਅੱਗ ਹੀ ਲੱਗੀ ਰਹਿੰਦੀ ਹੈ, ਉਹਨਾਂ ਨੂੰ ਈਰਖਾ ਹੀ ਕਰਦੇ ਰਹਿੰਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ, ਈਰਖਾ ਦੀ ਅਗਨ 'ਚ ਸਾੜਿਆ ਮਹਾਰਾਜ ਸੱਚੇ ਪਾਤਸ਼ਾਹ ਨੇ। ਪੂਰਾ ਨਿਆਉ ਕਰੇ ਕਰਤਾਰ, ਦਾਸ ਆਪਣੇ ਕੋ ਰਾਖਣ ਹਾਰ। ਸਤਿਗੁਰੂ ਜੀ ਇੱਕ ਦਿਨ ਫਿਰ ਪੂਰਾ ਨਿਆਂ ਕਰਦੇ ਐ, ਨਿੰਦਕ ਨੂੰ ਪ੍ਰਗਟ ਕਰ ਦਿੰਦੇ ਨੇ ਦੁਨੀਆ ਦੇ ਵਿੱਚ। ਸੱਚੇ ਪਾਤਸ਼ਾਹ ਜੀ ਕਹਿੰਦੇ,
ਅਕਾਲ ਪੁਰਖ ਵਾਹਿਗੁਰੂ ਜੀ ਰੱਬ ਦੇ ਪਿਆਰੇ ਨੂੰ ਹੱਥ ਦੇ ਕੇ ਰੱਖਦੇ ਨੇ। ਨਿੰਦਕ ਨਿੰਦਕ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਰਿਆ ਨਾ ਸੂਲ ਹੋ ਕੇ ਮਰਿਆ ਸੀ, ਜਿਹੜਾ ਸੁਲਹੀ ਖਾਂ ਸਤਿਗੁਰ ਤੇ ਚੜ੍ਹ ਕੇ ਆਇਆ ਸੀ। ਇਸੇ ਕਰਕੇ ਭਾਈ ਨਿੰਦਿਆ ਕਰਨੀ ਬੜੀ ਮਾੜੀ ਗੱਲ ਹੈ। ਸੱਚੇ ਪਾਤਸ਼ਾਹ ਇਉਂ ਦੱਸਦੇ ਨੇ, ਜਿਹੜੇ ਜੀਵ ਨਾਲ ਢਿੱਡ ਅੰਦਰੋਂ ਨਿੰਦਿਆ ਕਰਦਾ ਨਾ ਫਿਰ ਸੂਲ ਹੁੰਦਾ। ਸਾਧ ਸੰਗ ਜੀ ਉਹਨਾਂ ਨੂੰ ਗੁਰਬਾਣੀ ਦੇ ਬਚਨ ਨੇ, ਔਖੇ ਹੋ ਤੜਫ ਤੜਫ ਕੇ ਮਰਦੇ ਐ। ਜੇ ਕੋਈ ਮਹਾਤਮਾ ਰੱਬ ਦੇ ਪਿਆਰੇ ਦੀ ਨਿੰਦਿਆ ਕਰ ਲਵੇ, ਸਤਿਗੁਰੂ ਜੀ ਦੱਸਦੇ ਹਨ, ਨਿੰਦਕ ਸੋਧ ਸਾਧ ਵਿਚਾਰਿਆ। ਸੱਚੇ ਪਾਤਸ਼ਾਹ ਦੱਸਦੇ ਨੇ ਕਿ ਭਾਈ ਜਿਹੜਾ ਨਿੰਦਿਆ ਕਰਨ ਵਾਲਾ ਨਾ ਸੋਧ ਸਾਧ ਵਿਚਾਰਿਆ। ਅਸੀਂ ਸੋਧ ਕੇ ਸਾਧ ਕੇ ਇਹ ਵਿਚਾਰ ਕੀਤੀ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਹੈ, ਤਤ ਬੇਤੇ ਹੈ, ਨਾਮ ਦੇ ਰਸੀਏ। ਸਾਧ ਸੰਗ ਜੀ ਕਹਿੰਦੇ ਗੁਰਮੁਖੋ ਅਸੀਂ ਸੋਧ ਸਾਧ ਕੀ ਵਿਚਾਰਿਆ। ਫਿਰ ਪੰਕਤੀ ਪੜੋ ਜੀ, ਨਿੰਦਕ ਸੋਧ ਸਾਧ ਵਿਚਾਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਿੰਦਕ ਪੁਰਖ ਜਿਹੜੇ ਨਿੰਦਿਆ ਕਰਨ ਵਾਲੇ ਪੁਰਖ ਨੇ ਉਹਨਾਂ ਬਾਰੇ ਅਸੀਂ ਰੱਬ ਦੇ ਪਿਆਰਿਆਂ ਤੋਂ ਪੁੱਛਿਆ, ਰੱਬ ਦੇ ਅਕਾਲ ਪੁਰਖ ਨਿਰੰਕਾਰ ਦੇ ਭਗਤ ਜਨਾਂ ਤੋਂ ਵੀ ਪੁੱਛਿਆ, ਆਪਣੇ ਗੁਰੂ ਤੋਂ ਵੀ ਪੁੱਛਿਆ। ਅਸੀਂ ਵੀ ਵਿਚਾਰ ਕੀਤੀ ਏ। ਮਹਾਰਾਜ ਕਹਿੰਦੇ ਕੀ ਵਿਚਾਰ ਕੀਤੀ, ਅੱਗੇ ਦੱਸਦੇ ਹਨ, ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ। ਇੱਕ ਵਿਚਾਰ ਕੀਤੀ ਹੈ ਮਹਾਰਾਜ ਕਹਿੰਦੇ ਨਿੰਦਕ ਦੇ ਬਾਰੇ। ਕਿਹੜੀ ਵਿਚਾਰ ਕੀਤੀ ਹੈ ਫਿਰ ਦੱਸਦੇ ਹਨ। ਫਿਰ ਪੜੋ ਜੀ, ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ। ਮਹਾਰਾਜ ਕਹਿੰਦੇ ਭਾਈ ਉਹ ਪਾਪੀ ਨਰਕ ਨੂੰ ਜਾਊਗਾ। ਸਾਧ ਸੰਗਤ ਜੀ ਨਰਕ ਸੁਧਾਰੇਗਾ ਮਰ ਕੇ। 18 ਤਰ੍ਹਾਂ ਦੇ ਕੁੰਭੀ ਨਰਕ ਨੇ, 18 ਤਰ੍ਹਾਂ ਦੇ ਨਰਕਾਂ ਵਿੱਚ ਪਾਊਗਾ ਅਕਾਲ ਪੁਰਖ ਜੇ ਕੋਈ ਸਾਧੂ ਦੀ ਨਿੰਦਿਆ ਕਰ ਦਵੇ। ਇਸੇ ਕਰਕੇ ਗੁਰਮੁਖੋ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਮਹਾਰਾਜ ਭਗਤ ਰਵਿਦਾਸ ਸਾਹਿਬ ਜੀ ਨੇ ਇਹ ਆਪਣੇ ਮੁਖਾਰ ਬਿੰਦ ਤੋਂ 875 ਅੰਗ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅੰਗਾਂ ਤੇ ਇਹ ਬਚਨ ਉਚਾਰਨ ਕੀਤੇ ਐ। ਆਪ ਜੀ ਨੇ ਕਥਾ ਸਰਵਣ ਕੀਤੀ ਏ। ਸਾਧ ਸੰਗਤ ਜੀ ਮੈਂ ਫਿਰ ਤੁਹਾਨੂੰ ਦੱਸਦਾ ਆ, ਸਤਿਗੁਰੂ ਜੀ ਕਹਿੰਦੇ ਠਾੜ ਤੀਰਥਾਂ ਤੇ ਇਸ਼ਨਾਨ ਕਰੇ, ਇਹ ਵੀ ਕੋਈ ਕਰਮ ਕਰੇ, ਪੂਜਾ ਵੀ ਕਰੇ, ਪੁੰਨ ਦਾਨ ਵੀ ਕਰੇ, ਖੂਹ ਵੀ ਲਾਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਦਾਨ ਪੁੰਨ ਵੀ ਕਰੇ, ਪਰੋਪਕਾਰ ਵੀ ਕਰੇ, ਭੂਮ ਦਾਨ ਸੋਭਾ ਮੰਡਪ ਪਾਵੇ, ਜ਼ਮੀਨ ਵੀ ਦਾਨ ਕਰ ਦਵੇ, ਘਰ ਵੀ ਦੇ ਦਵੇ। ਸਾਧ ਸੰਗਤ ਜੀ ਜੇ ਕੋਈ ਲੋਕਾਂ ਵਿੱਚ ਸੋਭਾ ਵੀ ਹੋ ਜੇ, ਪਰ ਮਹਾਰਾਜ ਕਹਿੰਦੇ ਜੇ ਨਿੰਦਿਆ ਕਰਤੀ ਰੱਬ ਦੇ ਪਿਆਰੇ ਸੰਤ ਦੀ, ਸਾਧਕਾ ਨਿੰਦਕ ਕੈਸੇ ਤਰੈ। ਇੱਕ ਵਚਨ ਮਾਰ ਕੇ ਵੀ ਦੱਸੋ ਸਾਧੂ ਦਾ ਨਿੰਦਕ ਕਿਵੇਂ ਤਰ ਸਕਦਾ? ਨਹੀਂ ਤਰ ਸਕਦਾ। ਸਰ ਪਰ ਜਾਨੋ ਨਰਕ ਹੀ ਪਰੈ। ਇਉਂ ਗੁਰਮੁਖੋ ਸਤਿਗੁਰਾਂ ਜੀ ਨੇ ਸਮਝਾਉਣਾ ਕੀਤਾ ਹੈ। ਆਪ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਕਥਾ ਨੂੰ ਸਰਵਣ ਕੀਤਾ। ਸਤਿਗੁਰੂ ਜੀ ਕਿਰਪਾ ਕਰਨ। ਧੰਨਤਾ ਦੇ ਯੋਗ ਹੋ ਜਵਾਬ ਜੀ ਸਤ ਸੰਗਤ ਦੀਆਂ ਮੋਲਕ ਘੜੀਆਂ ਵਿੱਚ ਆਨੰਦ ਮਾਣਦੇ ਹੋ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵੱਜਣ ਹੈ। ਭਾਈ ਜਿਹੜੀ ਸ਼ਾਂਤੀ ਹੈ ਰੱਬ ਦੇ ਪਿਆਰਿਆਂ ਸਤ ਸੰਗਤ ਵਿੱਚ ਹੀ ਸ਼ਾਂਤੀ ਹੈ। ਇਸੇ ਕਰਕੇ ਗੁਰਮੁਖੋ ਇਹ ਸਤ ਸੰਗਤ ਵਿੱਚ ਆ ਕੇ ਹੀ ਮਾੜੇ ਕਰਮਾਂ ਦਾ ਨਾਸ਼ ਹੁੰਦਾ। ਸਾਧ ਸੰਗਤ ਜੀ ਸਤਿਗੁਰੂ ਦਇਆ ਕਰਦੇ ਐ ਸੱਚੇ ਪਾਤਸ਼ਾਹ ਜੀ, ਕਿਉਂਕਿ ਮਹਾਰਾਜ ਦਾ ਬਚਨ ਹੈ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਉਹ ਤਰ ਜਾਂਦੇ ਐ ਕਿਉਂਕਿ ਮਾੜੇ ਕਰਮ ਕੱਟ ਹੋ ਗਏ ਸੁਣ ਕੇ ਤੇ ਬਸ ਤਰ ਗਿਆ। ਸਾਧ ਸੰਗਤ ਜੀ ਪਾਪ ਕੱਟ ਗਏ ਸਤ ਸੰਗਤ ਕਰਕੇ, ਸਾਧੂਆਂ ਦੀ ਸੰਗਤ ਕਰਕੇ ਪਾਪ ਕੱਟ ਹੋ ਗਏ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਅੰਦੁਲੇ ਤਰ ਭਵਨ ਸੂਝਿਆ ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ। ਮਹਾਰਾਜ ਕਹਿੰਦੇ ਮੈਲ ਖੋ ਗਈ, ਨਾਸ਼ ਹੋ ਗਈ, ਪਾਪਾਂ ਦਾ ਨਾਸ਼ ਹੋ ਗਿਆ। ਇਹ ਸਤ ਸੰਗਤ ਦੀ ਮਹਿਮਾ ਮਹਾਰਾਜ ਨੇ ਕੀਤੀ ਆਪਣੇ ਮੁਖਾਰ ਬਿੰਦ ਤੋਂ। ਇਸੇ ਕਰਕੇ ਧੰਨਤਾ ਦੀ ਯੋਗ ਗੁਰਮੁਖੋ ਸਤਿਗੁਰੂ ਜੀ ਕਿਰਪਾ ਕਰਨ। ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣ। ਆਓ ਹੁਣ ਸਮਾਪਤੀ ਕਰੀਏ। ਸਤਿਗੁਰੂ ਜੀ ਦੀ ਪਵਿੱਤਰ ਕਥਾ ਕਰਦੇ ਆਂ। ਅਨੇਕ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਨੇ। ਦੀਨ ਦੁਨੀਆ ਦੇ ਮਾਲਕ ਦਾਸ ਨੂੰ ਸਤਿਗੁਰੂ ਜੀ ਬਖਸ਼ ਲੈਣਗੇ। ਆਪ ਗੁਰਸਿੱਖ ਸੰਗਤਾਂ ਨੇ ਭਾਈ ਬਖਸ਼ ਲੈਣਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਸੋਧ ਸਾਧ ਵਿਚਾਰਿਆ। ਕਹੁ ਰਵਿਦਾਸ
ਪਾਪੀ ਨਰਕ ਸਿਧਾਰਿਆ ਜੋੜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।